वाहिगुरु जी का खालसा वाहिगुरु जी की फतेह। गुरु प्यार वालियो, आप जी जुड़ चुके हो इस विशेष उपराले सदका जो गुरमत क्लासां चल रही हैं, जिन्हां विच जुड़ के आप जी गुरबाणी इतिहास ते गुरु की सिੱਖੀ ਨੂੰ धारण करने ਲਈ ਉਚੇਚਾ ਯਤਨ ਕਰਦੇ ਹੋ, ਤਾਂ ਕਿ ਆਪਣੇ ਜੀਵਨ ਦੇ ਵਿੱਚ ਜਿੱਥੇ ਸੰਸਾਰੀ ਕਾਰ ਵਿਹਾਰ ਨਿਭਾਉਂਦੇ ਆ ਤੇ ਉੱਥੇ ਨਾਲ ਹੀ ਜੋ ਗੁਰਬਾਣੀ ਸਿੱਖ ਕੇ ਇਤਿਹਾਸ ਨੂੰ ਜਾਣਕਾਰੀ ਲੈ ਕੇ ਗੁਰਮਤਿ ਸਿੱਖ ਕੇ ਆਪਣੇ ਜੀਵਨ ਨੂੰ ਸੁਚੱਜਾ ਤੇ ਚੰਗਾ ਬਣਾਈਏ। ਜਿਵੇਂ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ ਉਸ ਉਪਦੇਸ਼ ਨੂੰ ਆਪ ਜੀ ਕਮਾਉਂਦੇ ਹੋ। ਸੋ ਆਪ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਜੀ ਇਸ ਕਲਾਸ ਵਿੱਚ ਜੁੜ ਚੁੱਕੇ ਹੋ। ਸੋ ਇਸ ਕਲਾਸ ਦੇ ਵਿੱਚ ਆਪਾਂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਦੀ ਜੀਵਨ ਦੀ ਵਿਚਾਰ ਕਰ ਰਹੇ ਹਾਂ, ਜੋ ਭਾਈ ਗੁਰਦਾਸ ਜੀ ਨੇ 11ਵੀਂ ਵਾਰ ਦੀ ਰਚਨਾ ਕੀਤੀ ਹੈ, ਜਿਸ ਦਾ ਟੀਕਾ ਭਾਈ ਮਨੀ ਸਿੰਘ ਜੀ ਨੇ ਕੀਤਾ ਹੈ, ਜਿਹਨੂੰ ਸਿੱਖਾਂ ਦੀ ਭਗਤਮਾਲਾ ਕਿਹਾ ਜਾਂਦਾ ਹੈ। ਉਹਦੇ ਵਿੱਚੋਂ ਆਪਾਂ ਕਿਵੇਂ ਸਤਿਗੁਰਾਂ ਦੇ ਹਜ਼ੂਰ ਸਿੱਖ ਆਉਂਦੇ ਆ, ਕੀ ਬੇਨਤੀਆਂ ਕਰਦੇ ਆ, ਕੀ ਸਵਾਲ ਜਵਾਬ ਕਰਦੇ ਆ, ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਿਵੇਂ ਉਹਨਾਂ ਨੂੰ ਉੱਤਰ ਦੇ ਰਹੇ ਹਨ, ਉਹ ਆਪਾਂ ਵਿਚਾਰ ਚਰਚਾ ਜਿਹੜੀ ਸ਼ੁਰੂ ਕੀਤੀ ਹੈ। ਤੇ ਆਪਾਂ ਇਸ ਵਾਰ ਦੀ ਜਿਹੜੀ 23ਵੀਂ ਪੌੜੀ ਹੈ ਉੱਥੇ ਆਪਾਂ ਵਿਚਾਰ ਜਿਹੜੀ ਕਰ ਰਹੇ ਹਾਂ। ਕੁਝ ਸਿੱਖਾਂ ਬਾਰੇ ਆਪਾਂ ਕੱਲ੍ਹ ਵਿਚਾਰ ਕਰ ਚੁੱਕੇ ਹਾਂ, ਭਾਈ ਮੰਝ ਜੀ ਬਾਰੇ ਵੀ ਵਿਚਾਰ ਹੋ ਚੁੱਕੀ ਹੈ। ਅੱਜ ਆਪਾਂ ਜੋ ਵਿਚਾਰ ਕਰਨੀ ਹੈ ਬੜਾ ਹੀ ਵਿਸ਼ੇਸ਼ ਵਿਸ਼ਾ ਹੈ। ਅੰਮ੍ਰਿਤਸਰ ਦੀ ਧਰਤੀ ਦਾ ਕੀ ਵਿਸ਼ੇਸ਼ਤਾ ਹੈ, ਅੰਮ੍ਰਿਤਸਰ ਦੀ ਧਰਤੀ ਦੀ, ਸਰੋਵਰਾਂ ਦੀ, ਕਿਵੇਂ ਸਤਿਗੁਰਾਂ ਨੇ ਇਹ ਸਰੋਵਰ ਜਿਹੜੇ ਆ ਉਹ ਬਣਾਏ, ਕਿੰਨੀ ਕੁ ਵਿਸ਼ੇਸ਼ਤਾ ਇਸ ਅੰਮ੍ਰਿਤਸਰ ਦੀ ਧਰਤੀ ਦੀ ਹੈ, ਉਹਦੇ ਬਾਰੇ ਵਿਚਾਰ ਅੱਜ ਦੀ ਇਸ ਪੌੜੀ 'ਚ ਆਉਣੇ ਆ। ਤੇ ਆਪਾਂ ਜੋ ਮੂਲ ਪਾਠ ਕੱਲ੍ਹ ਕੀਤਾ ਸੀ, ਫਿਰ ਵਿਸ਼ੇ ਦੇ ਨਾਲ ਜੁੜਨ ਵਾਸਤੇ ਆਪਾਂ ਇੱਕ ਵਾਰੀ ਜਿਹੜੀ ਉਹ ਸਤਿਗੁਰਾਂ ਦੀ ਬਖਸ਼ੀਏ ਵਾਰ ਦੀ ਪੌੜੀ ਆ, ਉਹਨੂੰ ਆਪਾਂ ਫਿਰ ਇੱਕ ਵਾਰੀ ਵਿਚਾਰ ਲਈਏ, ਤਾਂ ਕਿ ਆਪਾਂ ਕਿੱਥੇ ਕੁ ਵਿਚਾਰ ਚੱਲ ਰਹੀ ਹੈ ਆਪਾਂ ਨੂੰ ਪਤਾ ਲੱਗ ਸਕੇ। ਸੋ ਆਪ ਜੀ ਦੀ ਸਕਰੀਨ ਉੱਤੇ ਇਹ 23ਵੀਂ ਪੌੜੀ ਜਿਹੜੀ ਹੈ ਉਹ ਆ ਗਈ ਹੈ, ਅਤ ਸਨਮੁਖ ਸਿੱਖ। ਸੋ ਭਾਈ ਗੁਰਦਾਸ ਜੀ ਨੇ ਬਖਸ਼ਿਸ਼ ਕੀਤਾ ਹੈ, ਢੇਸੀ ਜੋਧ ਉਹ ਸੰਗ ਹੈ, ਗੋਇੰਦ ਗੋਲਾ ਹੱਸ ਮਿਲੰਦਾ, ਮੋਹਨ ਕੁੱਕ ਵਖਾਣੀਐ, ਟੁੱਟੇ ਜੋਧੇ ਨਾਮ ਸੁਹੰਦਾ, ਮੰਝ ਪੁੰਨੂ ਪ੍ਰਵਾਨ ਹੈ, ਪੀ ਰਾਣਾ ਗੁਰ ਭਾਏ ਚਲੰਦਾ, ਹਮਜਾ ਜੱਜਾ ਜਾਣੀਐ, ਬਾਲਾ ਮਰਵਾਹਾ ਵਿਗਸੰਦਾ, ਨਿਰਮਲ ਨਾਨੋ ਉਹ ਹਰੀ ਨਾਲ ਸੂਰੀ, ਨਿਰਮਲ ਨਾਨੋ ਉਹ ਹਰੀ ਨਾਲ ਸੂਰੀ ਚੌਧਰੀ ਰਹੰਦਾ, ਪਰਬਤ ਕਾਲਾ ਮੇਹਰਾ ਨਾਲ ਨਿਹਾਲੂ ਸੇਵ ਕਰੰਦਾ, ਕੱਕਾ ਕਾਲੋ ਸੂਰਮਾ ਕਦ ਰਾਮਦਾਸ ਬਚਨ ਮਨੰਦਾ, ਸੇਠ ਸੁਭਾਗਾ ਚੂਹਣੀਆਹੋ ਆ ਰੋੜੇ ਭਾਗ ਉਗਵੰਦਾ, ਸਨਮੁਖ ਇੱਕ ਦੂ ਇੱਕ ਚੜੰਦਾ। ਸੋ ਇਹ ਜਿਹੜੇ ਸਨਮੁਖ ਸਿੱਖ ਹਨ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਰਹਿਣ ਵਾਲੇ, ਉਹਨਾਂ ਦਾ ਜ਼ਿਕਰ ਇਸ ਪੌੜੀ ਦੇ ਵਿੱਚ ਆਇਆ ਹੈ। ਤੇ ਸਾਧ ਸੰਗਤ ਆਪਾਂ ਮੰਝ ਪੰਨੂ ਪ੍ਰਵਾਨ ਹੈ, ਪੀ ਰਾਣਾ ਗੁਰ ਭਾਏ ਚਲੰਦਾ, ਇੱਥੋਂ ਤੱਕ ਆਪਾਂ ਜਿਹੜੀ ਵਿਚਾਰ ਉਹ ਕਰ ਚੁੱਕੇ ਹਾਂ। ਤੇ ਅੱਜ ਆਪਾਂ ਹਮਜਾ ਜੱਜਾ ਜਾਣੀਐ, ਬਾਲਾ ਮਰਵਾਹਾ ਵਿਗਸੰਦਾ, ਇੱਥੋਂ ਆਪਾਂ ਜਿਹੜੀ ਵਿਚਾਰ ਉਹ ਆਰੰਭ ਕਰਨੀ ਹੈ ਕਿ ਕਿਵੇਂ ਇਹ ਸਤਿਗੁਰਾਂ ਦੇ ਹਜ਼ੂਰ ਸਿੱਖ ਆਉਂਦੇ ਆ ਤੇ ਕੀ ਸਵਾਲ ਕਰਦੇ ਆ ਸਤਿਗੁਰਾਂ ਨੂੰ ਆਣ ਕੇ, ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕੀ ਜਵਾਬ ਦਿੰਦੇ ਆ, ਉਹਦੇ ਬਾਰੇ ਆਪਾਂ ਜਿਹੜੀ ਵਿਚਾਰ ਹੈ ਉਹ ਅੱਜ ਕਰਨੀ ਹੈ। ਤੋ ਆਪ ਜੀ ਇਸ ਵਿਚਾਰ ਨਾਲ ਜੁੜੇ ਰਹਿਣਾ,
ਕਿ ਕਿਵੇਂ ਸਤਿਗੁਰਾਂ ਦੇ ਹਜ਼ੂਰ ਆ ਕੇ ਕੀ ਅਰਦਾਸ ਕਰਦੇ ਆ ਤੇ ਕਿਵੇਂ ਸਤਿਗੁਰੂ ਇਹਨਾਂ ਦਾ ਪਾਰ ਉਤਾਰਾ ਕਰਦੇ ਆ। ਸੋ ਆਪਾਂ ਇੱਥੋਂ ਹੀ ਆਰੰਭਤਾ ਕਰਦੇ ਹਾਂ। ਭਾਈ ਹਮਜਾ ਜੱਜਾ, ਭਾਈ ਬਾਲਾ ਮਰਵਾ, ਭਾਈ ਨਾਨੋ ਉਹਰੀ, ਭਾਈ ਸੂਰੀ ਚੌਧਰੀ, ਇਹ ਸਾਧ ਸੰਗਤ ਸਤਿਗੁਰਾਂ ਦੇ ਹਜ਼ੂਰ ਆਏ ਆ ਗੁਰੂ ਅਰਜਨ ਦੇਵ ਪਾਤਸ਼ਾਹ ਦੇ। ਆਣ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਹੈ ਤੇ ਸਤਿਗੁਰਾਂ ਨੇ ਹਾਲ ਪੁੱਛਿਆ ਹੈ ਤੇ ਇਹਨਾਂ ਨੇ ਫਿਰ ਉਸ ਤੋਂ ਬਾਅਦ ਇੱਕ ਸਵਾਲ ਕੀਤਾ ਹੈ ਕਿ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ, ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਦੱਸੋ, ਅਸੀਂ ਸ਼ਾਸਤਰਾਂ 'ਚ ਸੁਣਿਆ ਸੀ, ਜਿਹੜੇ ਸ਼ਾਸਤਰ ਰਚੇ ਗਏ ਹਨ ਉਹਨਾਂ ਦੇ ਵਿੱਚ ਅਸੀਂ ਸੁਣਿਆ ਹੈ, ਉਹਨਾਂ ਦੀ ਕਥਾ ਵਿਚਾਰ ਸੁਣੀ ਹੈ ਤੇ ਸਾਨੂੰ ਪਤਾ ਲੱਗਾ ਹੈ ਕਿ ਕਾਂਸ਼ੀਪੁਰੀ ਦੀ ਬੜੀ ਵੱਡੀ ਉਪਮਾ ਹੈ। ਕਾਂਸ਼ੀ ਦੀ ਉਹ ਪੁਰੀ ਮੰਨੀ ਗਈ ਹੈ ਕਾਂਸ਼ੀ ਹਿੰਦੂਆਂ ਦੇ ਵਿੱਚ। ਪਾਤਸ਼ਾਹ ਉਹਦੀ ਬੜੀ ਵੱਡੀ ਉਪਮਾ ਸੁਣੀ ਅਸੀਂ ਤੇ ਮੰਨਿਆ ਜਾਂਦਾ ਹੈ ਕਿ ਉਸ ਜਗ੍ਹਾ ਦੇ ਉੱਤੇ ਜਿਹੜੇ ਵੀ ਜੀਵ ਜਾਂਦੇ ਆ, ਜੰਗਮ ਜਗਤ ਦੇ ਜਿੰਨੇ ਵੀ ਜੀਵ ਉਸ ਜਗ੍ਹਾ ਦੇ ਉੱਤੇ ਪ੍ਰਾਣ ਤਿਆਗਦੇ ਆ ਕਾਂਸ਼ੀ ਦੇ ਵਿੱਚ, ਉੱਥੇ ਜਿਹੜੇ ਵੀ ਜੀਵ ਪ੍ਰਾਣ ਤਿਆਗਦੇ ਆ ਤੇ ਉਹਨਾਂ ਨੂੰ ਸਾਰਿਆਂ ਨੂੰ ਸ਼ਿਵਪੁਰੀ ਸਭ ਜਾਏ ਪ੍ਰਾਪਤ ਹੁੰਦੇ, ਸਾਰਿਆਂ ਨੂੰ ਸ਼ਿਵਪੁਰੀ ਪ੍ਰਾਪਤ ਹੁੰਦੀ ਹੈ। ਭਾਵ ਸਾਰੇ ਸਵਰਗਾਂ ਨੂੰ ਜਾਂਦੇ ਆ। ਸਾਨੂੰ ਪਤਾ ਲੱਗਾ ਬੜਾ ਵੱਡਾ ਫਲ ਦੱਸਿਆ ਗਿਆ ਕਾਂਸ਼ੀ ਦਾ। ਤੇ ਮਹਾਰਾਜ ਸੱਚੇ ਪਾਤਸ਼ਾਹ, ਪਰ ਅਸੀਂ ਜਦੋਂ ਤੁਹਾਡੇ ਕੋਲ ਆਉਨੇ ਆ ਤੇ ਤੁਸੀਂ ਇਸ ਅੰਮ੍ਰਿਤਸਰ ਦੀ ਧਰਤੀ ਦੀ ਬੜੀ ਉਪਮਾ ਕਰਦੇ ਹੋ, ਇਸ ਚੱਕ ਰਾਮਦਾਸਪੁਰ ਦੀ ਬਹੁਤ ਉਪਮਾ ਆਪ ਜੀ ਨੇ ਮਹਾਰਾਜ ਇਸ ਜਗ੍ਹਾ ਦੀ ਕੀਤੀ ਹੈ। ਤੇ ਸਾਨੂੰ ਵੀ ਤੁਸੀਂ ਵਾਰ-ਵਾਰ ਇਹੀ ਉਪਦੇਸ਼ ਦ੍ਰਿੜ ਕਰਵਾਉਂਦੇ ਹੋ ਕਿ ਸਿੱਖੋ ਇੱਥੇ ਆਇਆ ਕਰੋ, ਇਸ਼ਨਾਨ ਕਰਿਆ ਕਰੋ ਅੰਮ੍ਰਿਤ ਸਰੋਵਰ ਦੇ ਵਿੱਚ ਤੇ ਬਾਣੀ ਪੜ੍ਹਿਆ ਕਰੋ, ਸੰਗਤ ਕਰਿਆ ਕਰੋ, ਕੀਰਤਨ ਕਥਾ ਸਰਵਣ ਕਰਿਆ ਕਰੋ। ਪਾਤਸ਼ਾਹ ਕਹਿੰਦੇ ਹਾਂ ਭਾਈ, ਤੁਹਾਨੂੰ ਇਹੀ ਉਪਦੇਸ਼ ਦੇਈਦਾ। ਕਹਿੰਦੇ ਮਹਾਰਾਜ ਸਾਨੂੰ ਇਹ ਸਮਝਾਓ ਕਿ ਕਾਸ਼ੀ ਜਿਹੜਾ ਹੈ ਉਹਦਾ ਇੰਨੀ ਉਪਮਾ ਹੈ ਤੇ ਤੁਸੀਂ ਇਸ ਅੰਮ੍ਰਿਤਸਰ ਦੀ ਧਰਤੀ ਦੀ ਇੰਨੀ ਉਪਮਾ ਕਿਉਂ ਜਨਾਉਂਦੇ ਹੋ? ਤੁਸੀਂ ਕਿਉਂ ਕਹਿੰਦੇ ਹੋ ਕਿ ਬੜਾ ਵੱਡਾ ਤੀਰਥ ਹੈ, ਇੱਥੇ ਜਿਹੜਾ ਆਵੇਗਾ ਉਹਦੀ ਕਲਿਆਣ ਹੋਵੇਗੀ? ਸਾਨੂੰ ਇਹਦੇ ਬਾਰੇ ਥੋੜ੍ਹਾ ਜਿਹਾ ਚਾਨਣਾ ਪਾਓ ਕਿ ਕਿਵੇਂ ਇਹ ਤੀਰਥ ਬਣਿਆ, ਕੀ ਇਹਦਾ ਇਤਿਹਾਸ ਹੈ ਤੇ ਕਿਵੇਂ ਜੀਵਾਂ ਦੀ ਇੱਥੇ ਕਲਿਆਣ ਹੁੰਦੀ। ਸਾਨੂੰ ਕਿਰਪਾ ਕਰਕੇ ਸਮਝਾਉਣਾ ਕਰੋ। ਸਾਡਾ ਮਨ ਦਚੁੱਤੀ 'ਚ ਹੈ ਕਿਉਂਕਿ ਅਸੀਂ ਸ਼ਾਸਤਰਾਂ ਦੀ ਕਥਾ ਸੁਣਦੇ ਹਾਂ ਤੇ ਸਾਨੂੰ ਕਾਸ਼ੀ ਦੀ ਜਿਹੜੀ ਹੈ ਧਰਤੀ ਉਹਦਾ ਵਿਖਿਆਨ ਮਿਲਦਾ ਹੈ, ਪਰ ਜਦੋਂ ਅਸੀਂ ਤੁਹਾਡੇ ਕੋਲ ਉਪਮਾ ਸੁਣਦੇ ਇਸ ਜਗ੍ਹਾ ਦੀ ਤੇ ਉਦੋਂ ਸਾਡੇ ਮਨ 'ਚ ਦਚੁੱਤੀ ਭਾਵ ਭਰਮ ਪੈ ਜਾਂਦਾ ਕਿ ਸਤਿਗੁਰੂ ਸਹੀ ਹਨ ਜਾਂ ਉਹ ਸ਼ਾਸਤਰ ਸਹੀ ਹਨ। ਸੋ ਮਹਾਰਾਜ ਸਾਨੂੰ ਕਿਰਪਾ ਕਰਕੇ ਸਮਝਾਉਣਾ ਕਰੋ। ਫਿਰ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਹੈ ਕਿ ਸਾਡੇ ਪਿਤਾ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਨਗਰੀ ਵਸਾਈ। ਸਾਡੇ ਨਾਨਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕੋਲੋਂ ਆਗਿਆ ਲੈ ਕੇ ਸਾਡੇ ਪਿਤਾ ਨੇ ਇੱਥੇ 52 ਤਰ੍ਹਾਂ ਦੇ ਕਾਰੀਗਰ ਵਸਾ ਕੇ ਇਹ ਨਗਰੀ ਵਸਾਈ ਹੈ। ਸਤਿਗੁਰੂ ਕਹਿੰਦੇ ਪਹਿਲੋਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਇੱਥੇ ਆਣ ਕੇ ਸੰਤੋਖਸਰ ਸਾਹਿਬ ਦੀ ਜਿਹੜੀ ਖੁਦਵਾਈ ਹੈ ਨਾ ਉਹ ਆਰੰਭ ਕੀਤੀ। ਉਹ ਆਰੰਭ ਕੀਤੀ ਹੈ ਤੇ ਉਹ ਆਰੰਭ ਕਰਕੇ ਜਿਹੜੇ ਵੀ ਸਿੱਖ ਆਉਂਦੇ ਉਹ ਆਪਣੀ ਕਿਰਤ ਕਮਾਈ ਦੇ ਵਿੱਚੋਂ 1 ਰੁਪਈਆ ਲਿਆ ਕੇ, 1 ਪੈਸਾ ਲਿਆ ਕੇ ਤੇ ਉਹ ਮੇਲੇ ਦੇ ਮੇਲੇ ਲਿਆ ਕੇ ਇੱਥੇ ਜਮ੍ਹਾਂ ਕਰਵਾ ਦਿੰਦੇ ਸੇਵਾ ਦੇ ਵਿੱਚ। ਤੇ ਅਸੀਂ ਇਸ ਸਰੋਵਰ ਦੀ ਜਿਹੜੀ ਹੈ ਸੰਤੋਖਸਰ ਦੀ, ਹਾਲਾਂਕਿ ਨਾਮ ਨਹੀਂ ਸੀ ਦਿੱਤਾ, ਕਹਿੰਦੇ ਇਹਦੀ ਜਿਹੜੀ ਉਹਨਾਂ ਨੇ ਆਰੰਭ ਕਰਵਾਈ ਸੀ ਸੇਵਾ, ਪਰ ਵਿੱਚੋਂ ਹੀ ਸਤਿਗੁਰਾਂ ਨੇ ਸੇਵਾ ਬੰਦ ਕਰਵਾ ਦਿੱਤੀ ਸੰਤੋਖਸਰ ਦੀ। ਸਤਿਗੁਰੂ ਉਹ ਕਿਉਂ ਬੰਦ ਕਰਾਈ? ਕਹਿੰਦੇ ਸਤਿਗੁਰਾਂ ਦਾ ਬਚਨ ਸੀ ਤੇ ਵਾਪਸ ਗੋਇੰਦਵਾਲ ਜਾਣਾ ਪੈ ਗਿਆ ਧੰਨ ਗੁਰੂ ਰਾਮਦਾਸ ਜੀ ਨੂੰ। ਗੁਰੂ ਅਮਰਦਾਸ ਜੀ ਦਾ ਬਚਨ ਮੰਨ ਕੇ ਗੋਇੰਦਵਾਲ ਆ ਗਏ ਤੇ ਇਹ ਕੰਮ ਜਿਹੜਾ ਬੰਦ ਕਰ ਦਿੱਤਾ ਗਿਆ। ਫਿਰ ਸਤਿਗੁਰੂ ਜਦੋਂ ਸਤਿਗੁਰਾਂ ਦਾ ਬਚਨ ਮੰਨ ਕੇ ਵਾਪਸ ਫਿਰ ਜਦੋਂ ਇਸ ਧਰਤੀ ਤੇ ਆਏ ਆ ਤੇ ਆਣ ਕੇ ਜਦੋਂ ਬੈਠੇ ਆ ਤੇ ਇਹਨਾਂ ਦੇ ਕੋਲ ਇੱਕ ਇਸਤਰੀ ਤੇ ਇੱਕ ਪੁਰਸ਼ ਆਉਂਦੇ ਆ ਤੇ ਉਹ ਆ ਕੇ ਸਤਿਗੁਰਾਂ ਦੇ ਹਜ਼ੂਰ ਮੱਥਾ ਟੇਕਦੇ ਆ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ। ਆਣ ਕੇ ਮੱਥਾ ਟੇਕ ਕੇ ਕਹਿੰਦੇ ਆ, ਜਿਹੜੀ ਇਸਤਰੀ ਉਹ ਬੋਲਣਾ ਸ਼ੁਰੂ ਕਰਦੀ ਹੈ ਕਿ ਧੰਨ ਗੁਰੂ ਰਾਮਦਾਸ ਪਾਤਸ਼ਾਹ, ਇਹ ਮੇਰਾ ਪਤੀ ਹੈ
ਤੇ ਮੈਂ ਆਪਣੇ ਪਿਤਾ ਦੀ ਜਿਹੜੀ ਆ ਨਾ ਉਹ ਛੋਟੀ ਸੰਤਾਨ ਹਾਂ। ਮੈਂ ਛੋਟੀ ਬੱਚੀ ਸੀ ਆਪਣੇ ਪਿਤਾ ਦੀ, ਤੇ ਮੈਨੂੰ ਰੱਬ ਤੇ ਪਰਮੇਸ਼ਵਰ ਤੇ ਬੜਾ ਭਰੋਸਾ ਸੀ। ਇਸ ਲੜਕੀ ਨੇ ਕਹਿਣਾ ਸ਼ੁਰੂ ਕੀਤਾ। ਇਹਨੇ ਕਿਹਾ ਜੀ ਮੈਨੂੰ ਬੜਾ ਭਰੋਸਾ ਸੀ ਆਪਣੇ ਪਰਮੇਸ਼ਰ ਦੇ ਉੱਤੇ। ਇੱਕ ਦਿਨ ਮੇਰੇ ਪਿਤਾ ਨੇ ਸਾਰੀਆਂ ਭੈਣਾਂ ਮੇਰੀਆਂ ਨੂੰ ਪੁੱਛਿਆ, ਮੈਂ ਛੋਟੀ ਸੀ, ਵੱਡੀਆਂ ਨੂੰ ਪੁੱਛਿਆ ਕਿ ਤੁਹਾਨੂੰ ਦੇਣ ਵਾਲਾ ਕੌਣ ਹੈ। ਉਹਨੇ ਕਿਹਾ, ਕਿਸੇ ਨੇ ਕਿਹਾ ਪਿਤਾ ਜੀ ਤੁਸੀਂ ਦਿੰਦੇ ਹੋ। ਸਾਰੀਆਂ ਨੇ ਕਿਹਾ ਪਿਤਾ ਜੀ ਤੁਸੀਂ ਦੇਣ ਵਾਲੇ ਹੋ, ਤੁਹਾਡੇ ਕੋਲ ਅਸੀਂ ਲੈਂਦੀਆਂ ਤੇ ਤੁਸੀਂ ਦਿੰਦੇ ਹੋ। ਜਦੋਂ ਮੇਰੀ ਵਾਰੀ ਆਈ ਤੇ ਮੈਨੂੰ ਜਦੋਂ ਪੁੱਛਿਆ ਤੇ ਮੈਂ ਆਪਣੇ ਪਿਤਾ ਨੂੰ ਸੁਭਾਵਿਕ ਕਹਿ ਦਿੱਤਾ ਕਿ ਦੇਣ ਵਾਲਾ ਪਰਮੇਸ਼ਵਰ ਅਕਾਲ ਪੁਰਖ ਹੈ। ਇਹ ਬੀਬੀ ਕਹਿੰਦੀ ਆ, ਇਹ ਔਰਤ ਕਹਿੰਦੀ ਆ ਜਿਹਦਾ ਨਾਮ ਇਤਿਹਾਸ ਨੇ ਰਜਨੀ ਲਿਖਿਆ। ਇਹਨੇ ਕਿਹਾ ਹੈ ਰਜਨੀ ਨੇ ਕਿ ਪਿਤਾ ਜੀ ਦੇਣ ਵਾਲਾ ਪਰਮੇਸ਼ਵਰ ਅਕਾਲ ਪੁਰਖ ਹੈ। ਗੁਰੂ ਰਾਮਦਾਸ ਜੀ ਨੂੰ ਇੱਕ ਕਥਾ ਸੁਣਾ ਰਹੀ ਹੈ, ਦੱਸ ਰਹੀ ਹੈ। ਕਹਿੰਦੀ ਪਾਤਸ਼ਾਹ ਮੈਂ ਆਪਣੇ ਪਿਤਾ ਨਾਲ ਗੱਲ ਕੀਤੀ ਕਿ ਪਿਤਾ ਜੀ ਦੇਣ ਵਾਲਾ ਤੇ ਅਕਾਲ ਪੁਰਖ ਪਰਮੇਸ਼ਵਰ ਹੈ। ਕਹਿੰਦੇ ਮੇਰੇ ਪਿਤਾ ਨੂੰ ਗੁੱਸਾ ਆ ਗਿਆ, ਅਮੀਰ ਬਹੁਤ ਸੀ, ਗੁੱਸਾ ਆ ਗਿਆ। ਉਹਨੇ ਕਿਹਾ ਚੱਲ ਚੰਗਾ, ਫਿਰ ਹੁਣ ਤੈਨੂੰ ਰੱਬ ਕੋਲੇ ਮੰਗੀ, ਮੇਰੇ ਕੋਲ ਨਾ ਕੁਛ ਵੀ ਮੰਗੀ। ਇਹਨੇ ਕਿਹਾ ਪਿਤਾ ਜੀ ਕਿਉਂ ਗੁੱਸੇ ਹੁੰਦੇ ਹੋ, ਫੇਰ ਕਿਹੜੀ ਗੱਲ ਕਹਿ ਦਿੱਤੀ, ਤੁਹਾਨੂੰ ਵੀ ਤੇ ਦੇਣ ਵਾਲਾ ਪਰਮੇਸ਼ਰ ਹੈ। ਕਹਿੰਦੀ ਪਰ ਮੇਰੇ ਪਿਤਾ ਨੇ ਇੱਕ ਗੱਲ ਨਾ ਮੰਨੀ, ਉਹਨੇ ਮੇਰਾ ਵਿਆਹ ਜਿਹੜਾ ਸੀ ਇੱਕ ਪਿੰਗਲੇ ਨਾਲ, ਕੋਹੜੀ ਦੇ ਨਾਲ ਕਰ ਦਿੱਤਾ। ਤੇ ਮੈਨੂੰ ਕੋਹੜੀ ਨਾਲ ਵਿਆਹ ਕੇ ਕਹਿੰਦਾ ਕਿ ਹੁਣ ਤੂੰ ਆਪਣੇ, ਤੇਰਾ ਇਹ ਪਤੀ ਹੈ, ਇਹ ਤੈਨੂੰ ਜੋ ਬਣਾ ਕੇ ਦੇਵੇਗਾ, ਜੋ ਵੀ ਤੈਨੂੰ ਕਮਾ ਕੇ ਲਿਆ ਕੇ ਦੇਵੇਗਾ ਤੂੰ ਖਾਈ ਜਾਏ। ਹੁਣ ਕੋਹੜੀ ਦੇ ਨਾਲ ਮੇਰਾ ਸਤਿਗੁਰੂ ਨਿਕਾਹ, ਮੇਰਾ ਵਿਆਹ ਕਰਵਾ ਦਿੱਤਾ ਹੈ, ਤੇ ਮੈਂ ਹੁਣ ਉਹਨੂੰ ਟੋਕਰੇ 'ਚ ਪਾ ਕੇ ਤੁਰੀ ਫਿਰਦੀ ਸਾਂ, ਜਗ੍ਹਾ ਜਗ੍ਹਾ ਤੋਂ ਮੰਗ ਕੇ ਖਾ ਲੈਂਦੀ, ਪਰਮੇਸ਼ਰ ਦੇ ਭਾਣੇ 'ਚ ਰਹਿੰਦੀ, ਜੋ ਵੀ ਮੈਨੂੰ ਮਿਲਦਾ ਮੈਂ ਛਕ ਲੈਂਦੀ, ਨਾਲ ਇਹਨੂੰ ਚੱਲ ਪਾਣੀ ਛਕਾ ਦਿੰਦੀ। ਮੇਰੀ ਸੇਵਾ, ਇਹਦੀ ਸੇਵਾ ਕਰਨਾ ਮੇਰਾ ਧਰਮ ਬਣ ਗਿਆ। ਸਤਿਗੁਰੂ ਇਸੇ ਤਰ੍ਹਾਂ ਦਿਨ ਬੀਤਦੇ ਗਏ, ਤੇ ਇੱਕ ਦਿਨ ਐਸਾ ਆਇਆ ਕਿ ਮੈਂ ਇਸ ਧਰਤੀ ਤੇ ਆਈ, ਤੇ ਇੱਥੇ ਆਣ ਕੇ ਮਹਾਰਾਜ ਮੈਂ ਨਾ ਇੱਕ ਛੱਪੜੀ ਸੀ, ਇੱਕ ਤਲਾਅ ਸੀ ਨਿੱਕਾ ਜਿਹਾ, ਉਹਦੇ ਲਾਗੇ ਮੈਂ ਇਹ ਟੋਕਰੀ ਰੱਖ ਕੇ ਜਿਹਦੇ ਵਿੱਚ ਮੈਂ ਆਪਣੇ ਪਿੰਗਲੇ ਪਤੀ ਨੂੰ ਪਾਇਆ ਸੀ, ਇੱਥੇ ਰੱਖ ਕੇ ਤੇ ਮੈਂ ਸਤਿਗੁਰੂ ਪਿੰਡ 'ਚ ਕੁਝ ਮੰਗਣ ਵਾਸਤੇ ਚਲੀ ਗਈ ਕਿ ਚਲੋ ਕੁਛ ਨਾ ਕੁਛ ਲੈ ਕੇ ਆਉਣੇ, ਨਾਲੇ ਇਹਨੂੰ ਛਕਾਉਣੀ ਆ, ਨਾਲੇ ਮੈਂ ਛਕਦੀ ਹਾਂ। ਮਹਾਰਾਜ ਮੈਂ ਲੈਣ ਚਲ ਗਈ, ਤੇ ਮਗਰੋਂ ਕੀ ਹੋਇਆ, ਇਹ ਮੇਰਾ ਪਤੀ ਦੱਸ ਰਿਹਾ ਹੈ, ਤੇ ਮੈਨੂੰ ਇਹਦੇ ਤੇ ਭਰੋਸਾ ਵੀ ਨਹੀਂ ਹੈ ਕਿ ਇਹ ਮੇਰਾ ਪਤੀ ਹੈ ਕਿ ਨਹੀਂ। ਇਹ ਵੀ ਗੱਲ ਉਹਨੇ ਨਾਲ ਹੀ ਕਹਿ ਦਿੱਤੀ ਕਿ ਮਹਾਰਾਜ ਇਹ ਮੈਨੂੰ ਦੱਸ ਰਿਹਾ ਕਿ ਮਗਰੋਂ ਕੁਝ ਕਾਂ ਜਿਹੜੇ ਸੀ ਉਸ ਤਲਾਅ ਦੇ ਵਿੱਚ ਵੜੇ, ਤੇ ਉਹ ਬਾਹਰ ਨਿਕਲੇ ਤੇ ਚਿੱਟੇ ਰੰਗ ਦੇ ਹੋ ਗਏ। ਤੇ ਇਹਦਾ ਕਹਿਣਾ ਹੈ, ਮੇਰੇ ਪਤੀ ਦਾ ਇਹਦਾ ਕਹਿਣਾ ਹੈ ਕਿ ਮੈਂ ਵੀ ਫਿਰ ਉਸ ਪਾਣੀ 'ਚ ਇਸ਼ਨਾਨ ਕੀਤਾ, ਤੇ ਮੇਰਾ ਵੀ ਇਹ ਕਹਿੰਦਾ ਕੋੜ ਰਾਜੀ ਹੋ ਗਿਆ। ਤੇ ਮਹਾਰਾਜ ਸੱਚੇ ਪਾਤਸ਼ਾਹ ਗੱਲਾਂ ਬਾਤਾਂ 'ਚੋਂ ਤੇ ਮੈਨੂੰ ਮੇਰਾ ਪਤੀ ਲੱਗ ਰਿਹਾ, ਜਿਵੇਂ ਦੀਆਂ ਗੱਲਾਂ ਕਰ ਰਿਹਾ, ਜੋ ਵੀ ਬੋਲਦਾ ਮੈਨੂੰ ਸੱਚ ਲੱਗਦਾ। ਪਰ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਪਛਾਣ ਨਹੀਂ ਆਉਂਦੀ ਪਈ, ਕਿਉਂਕਿ ਇਹਦਾ ਸਰੀਰ ਕੋੜ ਦੇ ਨਾਲ ਭਰਿਆ ਪਿਆ ਸੀ। ਇਹ ਕੋੜੀ ਸੀ, ਪਰ ਇਹ ਜਿਹੜਾ ਹੁਣ ਮੈਨੂੰ ਪ੍ਰਤੀਤ ਨਹੀਂ ਹੋ ਰਿਹਾ ਕਿ ਮੇਰਾ ਪਤੀ ਹੈ। ਗੱਲਾਂ ਦੇ ਵਿੱਚੋਂ ਤੇ ਪਤੀ ਲੱਗ ਰਿਹਾ ਮੇਰਾ, ਪਰ ਸਰੀਰ ਦੇ ਪੱਖੋਂ ਮੈਨੂੰ ਪਤੀ ਨਹੀਂ ਲੱਗ ਰਿਹਾ, ਕਿਉਂਕਿ ਜਿਹੜਾ ਪਿੰਗਲਾ ਸੀ, ਜਿਹਦੇ ਕੋਲ ਤੁਰਿਆ ਨਹੀਂ ਸੀ ਜਾਂਦਾ, ਜਿਹੜਾ ਕੋੜ ਦਾ ਮਾਰਿਆ ਸੀ, ਉਹ ਠੀਕ ਹੋ ਗਿਆ। ਤੇ ਹੁਣ ਮੈਂ ਇਹਦੀ ਪਛਾਣ ਕਿਵੇਂ ਕਰਾਂ, ਕਿਰਪਾ ਕਰੋ, ਤੁਸੀਂ ਅੰਤਰਜਾਮੀ ਹੋ, ਤੁਹਾਡੇ ਅੱਗੇ ਅਰਦਾਸ ਆ, ਤੇ ਮਿਹਰਬਾਨੀ ਕਰਕੇ ਮੈਨੂੰ ਦੱਸੋ ਕਿ ਮੇਰਾ ਹੀ ਪਤੀ ਹੈ। ਤੇ ਸਤਿਗੁਰਾਂ ਨੇ ਅੰਤਰ ਧਿਆਨ ਹੋ ਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ। ਇਹ ਗੁਰੂ ਅਰਜਨ ਦੇਵ ਜੀ ਦੱਸ ਰਹੇ ਸਿੱਖਾਂ ਨੂੰ ਕਿ ਸਿੱਖੋ, ਉਸ ਸਮੇਂ ਫਿਰ ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਅੰਤਰ ਧਿਆਨ ਹੋ ਕੇ ਕਿ ਮਹਾਰਾਜ ਸੱਚੇ ਪਾਤਸ਼ਾਹ ਇਹ ਕੀ ਕੌਤਕ ਵਰਤਿਆ, ਸਮਝਾਉਣਾ ਕਰੋ। ਤੇ ਸਤਿਗੁਰਾਂ ਨੇ ਸਮਝਾਇਆ, ਤੀਸਰੀ ਪਾਤਸ਼ਾਹੀ ਗੁਰੂ ਰਾਮਦਾਸ ਜੀ ਨੇ, ਅਮਰਦਾਸ ਪਾਤਸ਼ਾਹ ਨੇ, ਕਿ ਭਾਈ ਸਿੱਖਾ, ਇਹ ਬਹੁਤ ਵੱਡੀ ਧਰਤੀ ਹੈ, ਬਹੁਤ ਵੱਡਾ ਤੀਰਥ ਸਥਾਨ ਹੈ। ਤੂੰ ਜਿਸ ਜਗ੍ਹਾ ਦੇ ਉੱਤੇ ਇਹਦਾ ਪਤੀ ਰਾਜੀ ਹੋਇਆ ਨਾ, ਇਹ ਇਹਦਾ ਹੀ ਪਤੀ ਹੈ, ਇਸ ਰਜਨੀ ਦਾ, ਇਸ ਇਸਤਰੀ ਦਾ ਹੀ ਇਹ ਪਤੀ ਹੈ। ਤੇ ਤੂੰ ਨਾ ਜਿਸ ਜਗ੍ਹਾ ਦੇ ਉੱਤੇ ਇਸ ਔਰਤ ਦਾ ਪਤੀ ਰਾਜੀ ਹੋਇਆ ਨਾ, ਉਸ ਜਗ੍ਹਾ ਦੇ ਉੱਤੇ ਤੂੰ ਇੱਕ ਸਰੋਵਰ ਦੀ ਤਿਆਰੀ ਕਰਵਾਓ। ਅਸੀਂ ਇੱਕ ਬੌਲੀ ਇੱਥੇ ਬਣਵਾਈ ਹੈ, ਤੇ ਤੁਸੀਂ ਇੱਕ ਤੀਰਥ ਜਿਹੜਾ ਹੈ, ਇੱਕ ਅੰਮ੍ਰਿਤ ਸਰੋਵਰ ਜਿਹੜਾ ਇੱਥੇ ਬਣਾਉਣਾ ਕਰੋ। ਸਤਿਗੁਰਾਂ ਨੇ ਨੇਤਰ ਖੋਲ੍ਹੇ, ਉਸ ਔਰਤ ਨੂੰ, ਰਜਨੀ ਨੂੰ ਕਿਹਾ ਕਿ ਭਾਈ ਇਹ ਤੇਰਾ ਪਤੀ ਹੈ, ਤੇ ਪਰਮੇਸ਼ਵਰ ਨੇ, ਅਕਾਲ ਪੁਰਖ ਨੇ ਇਹਨੂੰ ਰਾਜੀ ਕੀਤਾ ਹੈ,
जिस जगह के उत्ते इहनूं राजी किया उस जगह के उत्ते सानू भी लै चल। रजनी लै गई अपने पति नूं नाल लैके, बड़ी खुश है कि मेरा पति राजी होया। उस जगह के उत्ते जाके दस्सिया कि पातशाह उस जगह के उत्ते बेरी सी ते बेरी दे हेठां छावें इहनूं मैं बिठा गई सियां ते इत्थे इहदा जिहड़ा कोड़ राजी होया इस तलाअ दे विच नहाउण नाल। सतगुरां ने सिखां नूं हुकम कीता है कि भाई सिखो हुण जिहड़ा आपां पहिलों सरोवर खुदाई कर रहे हैं वो बंद कर दिओ, वो जिन्नी कोई खुदाई उन्नी कुछ रहण दिओ। ਉਹਨਾਂ ਨੂੰ उस ਸਰੋਵਰ ਨੂੰ ਆਪਾਂ ਬਾਅਦ ਵਿੱਚ ਬਣਾਵਾਂਗੇ, ਸਭ ਤੋਂ ਪਹਿਲਾਂ ਇਹ ਸਰੋਵਰ ਜਿਹੜਾ ਬਣਾਉਣਾ ਕਰੀਏ। ਫਿਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਇਹ ਜਿਹੜਾ ਅੰਮ੍ਰਿਤ ਸਰੋਵਰ ਹੈ ਨਾ, ਅੰਮ੍ਰਿਤਸਰ ਸਰੋਵਰ, ਇਹਨੂੰ ਖੁਦਵਾਉਣਾ ਕੀਤਾ। ਗੁਰੂ ਰਾਮਦਾਸ ਜੀ ਨੇ ਖੋਜ ਸਰੋਵਰ ਜਿਹੜਾ ਖੁਦਵਾਇਆ, ਬਣਵਾਇਆ, ਬਣਾ ਕੇ ਤੇ ਫਿਰ ਸਤਿਗੁਰਾਂ ਨੇ ਇੱਕ ਜਗ੍ਹਾ ਜਿਹੜੀ ਸੀ ਜਿਸ ਜਗ੍ਹਾ ਦੇ ਉੱਤੇ ਸ੍ਰੀ ਹਰਿਮੰਦਰ ਸਾਹਿਬ ਸੁਸ਼ੋਭਿਤ ਹੈ ਉਹ ਜਗ੍ਹਾ ਸਤਿਗੁਰਾਂ ਨੇ ਰੱਖ ਲਈ ਹੈ। ਉਸ ਜਗ੍ਹਾ ਦੇ ਉੱਤੋਂ ਖੁਦਵਾਈ ਨਹੀਂ ਕਰਵਾਈ। ਸਾਰੇ ਸਰੋਵਰ ਦੇ ਵਿੱਚ ਜਲ ਭਰ ਦਿੱਤਾ ਗਿਆ ਹੈ, ਪਰ ਇਸ ਜਗ੍ਹਾ ਦੇ ਉੱਤੇ ਇੱਕ ਟਿੱਲਾ ਬਣਾ, ਜਿਵੇਂ ਟਿੱਲਾ ਹੁੰਦਾ ਹੈ ਨਾ ਕਿਸੇ ਸਰੋਵਰ ਦੇ ਵਿੱਚ ਕੋਈ ਜਗ੍ਹਾ ਉੱਭਰ ਜਾਂਦੀ ਹੈ ਕਿਸੇ ਪਾਣੀ ਦੇ ਵਿੱਚ, ਉਸ ਤਰ੍ਹਾਂ ਇਹ ਟਿੱਲਾ ਜਿਹੜਾ ਉਹ ਰਹਿਣ ਦਿੱਤਾ। ਉਸ ਜਗ੍ਹਾ ਦੇ ਉੱਤੇ ਪਾਤਸ਼ਾਹ ਆਪ ਦੀਵਾਨ ਸਜਾਉਂਦੇ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸਿੱਖਾਂ ਨੂੰ ਉਪਦੇਸ਼ ਕਰਦੇ ਆ। ਸਮਾਂ ਬੀਤਿਆ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਸਾਡੇ ਪਿਤਾ ਜੀ ਅਕਾਲ ਚਲਾਣਾ ਕਰਨ ਲੱਗੇ, ਜੋਤੀ ਜੋ ਸਮਾਉਣ ਲੱਗੇ, ਸਾਨੂੰ ਗੁਰਤਾ ਦੇਣ ਵਾਲੇ ਉਹਨਾਂ ਨੇ ਬਚਨ ਕਿਹਾ ਸੀ ਕਿ ਪੁੱਤਰ ਅੰਮ੍ਰਿਤਸਰ ਸਰੋਵਰ ਜਿਹੜਾ ਹੈ ਨਾ ਇਹਦੀ ਬਹੁਤ ਵੱਡੀ ਮਹਾਨਤਾ ਹੈ ਤੇ ਤੁਸੀਂ ਇਸ ਜਗ੍ਹਾ ਨੂੰ ਪੱਕਾ ਕਰਵਾਉਣਾ, ਇਸ ਹਰਿਮੰਦਰ ਨੂੰ, ਇਸ ਅੰਮ੍ਰਿਤ ਸਰੋਵਰ ਨੂੰ ਪੱਕਾ ਕਰਾਉਣਾ ਹੈ। ਤੇ ਜਿਸ ਜਗ੍ਹਾ ਦੇ ਉੱਤੇ ਬੈਠ ਕੇ ਅਸੀਂ ਸਿੱਖਾਂ ਨੂੰ ਉਪਦੇਸ਼ ਦਿੰਦੇ ਸਾਂ ਉਸ ਜਗ੍ਹਾ ਦੇ ਉੱਤੇ ਇੱਕ ਜੋ ਦਰਬਾਰ ਬਣਾਉਣਾ ਹੈ ਉਹਦਾ ਨਾਮ ਤੁਸੀਂ ਹਰਿਮੰਦਰ ਰੱਖਣਾ ਹੈ। ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸਿੱਖੋ ਅਸੀਂ ਫਿਰ ਆਪਣੇ ਗੁਰੂ ਸਾਹਿਬ ਦੇ ਅੱਗੇ, ਆਪਣੇ ਪਿਤਾ ਗੁਰੂ ਰਾਮਦਾਸ ਜੀ ਦੇ ਅੱਗੇ ਨਮਸਕਾਰ ਕੀਤੀ ਹੈ। ਸਤਿਗੁਰੂ ਜੀ ਜੋਤੀ ਜੋ ਸਮਾ ਗਏ। ਫਿਰ ਮੈਂ ਸਿੱਖਾਂ ਨਾਲ ਜਿਹੜੀ ਸਲਾਹ ਕੀਤੀ ਹੈ ਕਿ ਭਾਈ ਹੁਣ ਆਪਾਂ ਇਸ ਹਰਿਮੰਦਰ ਦਾ ਜੋ ਸਰੋਵਰ ਹੈ ਇਹਨੂੰ ਪੱਕਾ ਕਰਾਉਣਾ ਹੈ ਤੇ ਹਰਿਮੰਦਰ ਸਾਹਿਬ ਦੀ ਉਸਾਰੀ ਜਿਹੜੀ ਉਹ ਕਰਵਾਉਣੀ ਹੈ। ਅੰਮ੍ਰਿਤ ਸਰੋਵਰ ਪੱਕਾ ਕਰਾਈਏ ਤੇ ਹਰਿਮੰਦਰ ਦੀ ਉਸਾਰੀ ਕਰਵਾਈਏ। ਤੇ ਫਿਰ ਸਿੱਖੋ ਜਿਹੜਾ ਸਰੋਵਰ ਸੀ ਸੰਤੋਖ ਸਰ ਵਾਲਾ, ਉਸ ਸਰੋਵਰ ਦੀ ਜਗ੍ਹਾ ਜਿਹੜੀ ਸੀ ਉੱਥੇ ਇੱਕ ਟਿੱਲਾ ਵੀ ਸੀ। ਤੇ ਮੈਂ ਸੋਚਿਆ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕਿ ਜਿੰਨਾ ਚਿਰ ਅੰਮ੍ਰਿਤ ਸਰੋਵਰ ਪੱਕਾ ਹੁੰਦਾ ਹੈ ਉਹਨਾਂ ਚਿਰ ਉਸ ਸਰੋਵਰ ਨੂੰ, ਕਿਉਂਕਿ ਅੱਧਾ ਜਿਹੜਾ ਉਹ ਪੱਟਿਆ ਹੋਇਆ ਤੇ ਅੱਧਾ ਕੁ ਰਹਿ ਗਿਆ ਹੈ, ਤੇ ਉਹਨੂੰ ਸੰਪੂਰਨ ਖੁਦਵਾਈ ਕਰਵਾ ਕੇ ਉਸ ਜਗ੍ਹਾ ਦੇ ਉੱਤੇ ਜਲ ਭਰ ਦਿੱਤਾ ਜਾਵੇ ਸੰਗਤ ਵਾਸਤੇ, ਕਿ ਸੰਗਤ ਉੱਥੇ ਆਵੇ, ਇਸ਼ਨਾਨ ਕਰੇ, ਜਲ ਦੀ ਵਰਤੋਂ ਕਰੇ। ਤੇ ਫਿਰ ਸਿੱਖੋ ਅਸੀਂ ਉਸ ਜਗ੍ਹਾ ਸੰਤੋਖ ਸਰ ਜਗ੍ਹਾ ਦੇ ਉੱਤੇ ਜਿਹੜਾ ਖੁਦਵਾਈ ਦਾ ਕੰਮ ਆਰੰਭ ਕੀਤਾ ਹੈ। ਸਤਿਗੁਰ ਕਹਿੰਦੇ ਕਿ ਸੰਤੋਖ ਸਰ ਦੀ ਖੁਦਵਾਈ ਦਾ ਜਦੋਂ ਅਸੀਂ ਆਰੰਭ ਕੀਤਾ ਹੈ ਤੇ ਉਸ ਜਗ੍ਹਾ ਦੇ ਉੱਤੇ ਇੱਕ ਮੱਠ ਨਿਕਲਿਆ, ਮਟਕਾ ਜਿਹਨੂੰ ਕਹਿ ਦਿੰਦੇ, ਵੱਡਾ ਸਾਰਾ ਇੱਕ ਮਿੱਟੀ ਦਾ ਮੱਠ ਨਿਕਲਿਆ। ਉਸ ਮੱਠ ਦੇ ਵਿੱਚ ਇੱਕ ਜੋਗੀ ਪ੍ਰਾਣ ਚੜਾ ਕੇ ਬੈਠਾ ਹੈ ਤੇ ਉਹ ਜੋਗੀ ਨੂੰ ਸਿੱਖ ਜਿਹੜੇ ਸਨ ਉਹਨਾਂ ਨੂੰ ਮੱਠ ਨਿਕਲਿਆ ਉਹ ਚੁੱਕ ਕੇ ਮੇਰੇ ਕੋਲ ਲੈ ਕੇ ਆਏ। ਲਿਆਣ ਕੇ ਉਹਨਾਂ ਨੇ ਮੇਰੇ ਅੱਗੇ ਕਿਹਾ ਵੀ ਮਹਾਰਾਜ ਦੇ ਇਸ ਮੱਠ ਦੇ ਵਿੱਚ ਇੱਕ ਜੋਗੀ ਬੈਠਾ ਹੈ ਤੇ ਉਹ ਸਮਾਧੀ ਲੀਨ ਹੈ ਤੇ ਕਿਰਪਾ ਕਰੋ ਸਾਨੂੰ ਕੀ ਉਪਦੇਸ਼ ਹੈ। ਤੇ ਸਤਿਗੁਰਾਂ ਨੇ ਕਿਹਾ ਹੈ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਅਸੀਂ ਸਿੱਖਾਂ ਨੂੰ ਕਿਹਾ ਭਾਈ ਇਹਦੇ ਤਲੀਆਂ ਝੱਸੋ ਮੱਖਣ ਦੇ ਨਾਲ, ਮੱਖਣ ਦੇ ਨਾਲ ਇਹਦੀਆਂ ਪੁਟਲੀਆਂ, ਇਹਦੀਆਂ ਤਲੀਆਂ ਝੱਸੀਆਂ ਗਈਆਂ, ਇਹਨੂੰ ਹੋਸ਼ ਆਈ। ਤੇ ਫਿਰ ਅਸੀਂ ਇਸ ਜਿਹੜਾ ਸਾਧੂ ਸੀ ਇਹਨੂੰ ਪੁੱਛਿਆ ਭਾਈ ਤੇਰਾ ਨਾਮ ਕੀ ਹੈ? ਤੇ ਇਸ ਸਾਧੂ ਨੇ ਕਿਹਾ ਹੈ ਜੀ ਸਤਿਗੁਰੂ ਮੇਰਾ ਨਾਮ ਜਿਹੜਾ ਹੈ ਉਹ ਸੰਤੋਖਾ ਹੈ। ਸਤਿਗੁਰੂ ਕਹਿੰਦੇ ਠੀਕ ਹੈ ਭਾਈ। ਤੇ ਇਸ ਜੋਗੀ ਨੇ ਸਵਾਲ ਕੀਤਾ ਕਿ ਸਮਾਂ ਕਿਹੜਾ ਚੱਲ ਰਿਹਾ? ਤੇ ਸਤਿਗੁਰਾਂ ਨੇ ਕਿਹਾ ਭਾਈ ਇਹ ਕਲਯੁਗ ਦਾ ਸਮਾਂ ਹੈ। ਤੇ ਇਹਨੇ ਕਿਹਾ ਕਿ ਗੁਰੂ ਅਰਜਨ ਸਾਹਿਬ ਕੌਣ ਹਨ? ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਕਿਹਾ ਮੈਂ ਗੁਰੂ ਅਰਜਨ ਹਾਂ, ਗੁਰੂ ਨਾਨਕ ਸਾਹਿਬ ਦਾ 5ਵਾਂ ਅਵਤਾਰ। ਇਹਨੇ ਕਿਹਾ ਗੁਰੂ ਨਾਨਕ ਸਾਹਿਬ ਦਾ 5ਵਾਂ ਸਰੂਪ ਗੁਰੂ ਅਰਜਨ ਕੌਣ ਹੈ? ਤੇ ਸਤਿਗੁਰਾਂ ਨੇ ਕਿਹਾ ਮੈਂ ਹਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ 5ਵਾਂ ਸਰੂਪ ਗੁਰੂ ਅਰਜਨ। ਇਹਨੇ ਮੱਥਾ ਟੇਕਿਆ ਸਤਿਗੁਰਾਂ ਦੇ ਚਰਨਾਂ ਤੇ ਕਿਹਾ ਹੈ ਕਿ ਮੇਰੇ ਗੁਰੂ ਨੇ ਮੈਨੂੰ ਕਿਹਾ ਸੀ ਕਿ ਭਾਈ ਤੇਰਾ ਕਲਿਆਣ ਜਿਹੜਾ ਉਹ ਕਲਯੁਗ ਦੇ ਵਿੱਚ ਹੋਣਾ ਹੈ। ਤੇ ਮਹਾਰਾਜ ਮੈਂ ਕਿਹਾ ਵੀ ਕਿਉਂ ਵਾਰ-ਵਾਰ ਜਨਮ ਲੈਣਾ, ਵਾਰ-ਵਾਰ ਮਰਨਾ ਹੈ? ਇਸ ਕਰਕੇ ਮੈਂ ਸਮਾਧੀ ਲੀਨ ਹੋ ਕਰਕੇ ਇਸ ਮੱਠ ਦੇ ਵਿੱਚ ਬੈਠ ਗਿਆ ਤੇ ਸਮਾਂ ਬੀਤਦਾ ਗਿਆ ਤੇ ਮੇਰੇ ਤੇ ਮਿੱਟੀ ਪੈ ਗਈ ਤੇ ਮੈਂ ਇਹ ਮੱਠ ਜਿਹੜਾ ਮਿੱਟੀ ਦੇ ਵਿੱਚ ਦੱਬਿਆ ਗਿਆ।
ਸੋ ਅੱਜ ਸਮਾਂ ਐਸਾ ਬਣਿਆ ਕਿ ਆਪ ਜੀ ਦੇ ਸਿੱਖਾਂ ਨੇ ਮੱਟ ਨੂੰ ਕੱਢਿਆ ਤੇ ਮੈਨੂੰ ਕਿਰਪਾ ਕਰੋ, ਉਪਦੇਸ਼ ਬਖਸ਼ਿਸ਼ ਕਰੋ। ਸਤਿਗੁਰਾਂ ਨੇ ਕਿਹਾ, ਦੱਸ ਤੈਨੂੰ ਕੀ ਉਪਦੇਸ਼ ਬਖਸ਼ਿਸ਼ ਕਰੀਏ। ਇਹਨੇ ਸਵਾਲ ਕੀਤਾ ਹੈ ਜੋਗੀ ਨੇ। ਇਹਨੇ ਕਿਹਾ, ਮਹਾਰਾਜ ਸੱਚੇ ਪਾਤਸ਼ਾਹ, ਮੇਰਾ ਇੱਕ ਸਵਾਲ ਹੈ ਜਗਤ ਦੇ ਪ੍ਰਤੀ। ਪਾਤਸ਼ਾਹ ਨੇ ਕਿਹਾ, ਦੱਸ ਕੀ ਹੈ। ਜੋਗੀ ਸੰਤੋਖੇ ਜੋਗੀ ਨਾਲ ਗੱਲ ਹੋ ਰਹੀ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਦੀ। ਸਤਿਗੁਰੂ ਕਹਿੰਦੇ, ਦੱਸ ਭਾਈ ਤੇਰਾ ਕੀ ਸਵਾਲ ਹੈ, ਕੀ ਸਵਾਲ ਤੇਰਾ ਹੈ, ਮੈਨੂੰ ਦੱਸਣਾ ਕਰ, ਮੈਂ ਤੇਰਾ ਜਵਾਬ ਦੇਵਾਂ। ਇਹਨੇ ਸੰਤੋਖੇ ਨੇ ਕਿਹਾ ਹੈ ਕਿ ਮਹਾਰਾਜ ਮੇਰਾ ਸਵਾਲ ਹੈ ਕਿ ਜਗਤ ਝੂਠ ਹੈ ਕਿ ਸੱਚ। ਜਿਹੜਾ ਜਗਤ ਹੈ, ਸੰਸਾਰ ਹੈ, ਇਹ ਝੂਠਾ ਹੈ ਕਿ ਸੱਚਾ। ਜੇ ਤੇ ਝੂਠਾ ਹੈ ਫਿਰ ਇਹ ਪ੍ਰਤੱਖ ਕਿਉਂ ਭਾਸਦਾ ਹੈ, ਜੇ ਸੱਚਾ ਹੈ ਫਿਰ ਇਹ ਸਾਨੂੰ ਪ੍ਰਤੱਖ ਕਿਉਂ ਲੱਗਦਾ ਹੈ, ਤੇ ਜੇ ਸੱਚ ਨਹੀਂ ਹੈ ਤੇ ਫਿਰ ਸੰਸਾਰ ਦੇ ਲੋਕ ਇਹ ਤੋਂ ਦੂਰ ਕਿਉਂ ਭੱਜਦੇ ਆ। ਫਿਰ ਆਪ ਜੀ ਨੇ ਸਵਾਲ ਸਰਵਣ ਕਰਨਾ। ਕੀ ਸਵਾਲ ਕੀਤਾ ਹੈ ਕਿ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ, ਮੈਨੂੰ ਦੱਸਣਾ ਕਰੋ ਕਿ ਇਹ ਜਿਹੜਾ ਜਗਤ ਹੈ ਸੱਚਾ ਹੈ ਕਿ ਝੂਠਾ ਹੈ। ਜੇ ਤੇ ਇਹ ਝੂਠਾ ਹੈ ਫਿਰ ਇਹ ਸੱਚਾ ਕਿਉਂ ਲੱਗਦਾ ਹੈ, ਪ੍ਰਤੱਖ ਕਿਉਂ ਦਿਸਦਾ ਕਿਉਂ ਹੈ। ਤੇ ਜੇ ਇਹ ਸੱਚਾ ਨਹੀਂ ਹੈ, ਜੇ ਸੱਚਾ ਹੈ ਤੇ ਫਿਰ ਗਿਆਨਵਾਨ ਲੋਕ ਜਿਹੜੇ ਹਨ ਉਹ ਇਹ ਤੋਂ ਦੂਰ ਕਿਉਂ ਭੱਜਦੇ ਹਨ। ਉਹ ਕਿਉਂ ਕਹਿੰਦੇ ਕਿ ਜਗਤ ਨੂੰ ਛੱਡ ਕੇ ਤੇ ਮੁਕਤੀ ਪ੍ਰਾਪਤ ਹੋਵੇਗੀ। ਸਤਿਗੁਰੂ ਮੇਰਾ ਇਹ ਸਵਾਲ ਜਿਹੜਾ ਹੈ, ਇਹ ਸ਼ੰਕਾ ਜਿਹੜੀ ਨਿਵਰਤ ਕਰੋ। ਤੇ ਗੁਰੂ ਸਾਹਿਬ ਨੇ ਬਚਨ ਕੀਤਾ ਹੈ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕਹਿੰਦੇ ਹਨ ਕਿ ਸਾਧੂ ਗੱਲ ਸੁਣ। ਜਦੋਂ ਸੁਪਨਾ ਲਈਦਾ ਹੈ ਨਾ, ਸੁਪਨੇ ਦੇ ਵਿੱਚ ਸਾਰਾ ਕੁਝ ਕਿਵੇਂ ਲੱਗਦਾ ਹੈ, ਸੱਚ ਲੱਗਦਾ ਹੈ ਨਾ। ਕਹਿੰਦਾ ਹਾਂਜੀ ਮਹਾਰਾਜ ਸੱਚੇ ਪਾਤਸ਼ਾਹ, ਸੱਚ ਲੱਗਦਾ ਸਾਰਾ ਕੁਝ। ਸਤਿਗੁਰੂ ਕਹਿੰਦੇ ਇਸੇ ਤਰ੍ਹਾਂ ਜਗਤ ਹੈ, ਇੱਕ ਸੁਪਨੇ ਦੀ ਨਿਆਈ ਹੈ। ਜਦੋਂ ਸੁਪਨਾ ਖਤਮ ਹੁੰਦਾ ਹੈ ਤੇ ਉਹ ਸਾਰਾ ਕੁਝ ਖਤਮ ਹੋ ਜਾਂਦਾ ਜੋ ਅਸੀਂ ਸੁਪਨੇ 'ਚ ਵੇਖਿਆ ਹੁੰਦਾ। ਕਹਿੰਦਾ ਹਾਂਜੀ ਸਾਰਾ ਕੁਝ ਖਤਮ ਹੋ ਜਾਂਦਾ। ਸਤਿਗੁਰ ਕਹਿੰਦੇ ਇਸੇ ਤਰ੍ਹਾਂ ਜਗਤ ਹੈ, ਇਹ ਵੇਖਣ ਦੇ ਵਿੱਚ ਸੱਚਾ ਲੱਗਦਾ ਹੈ, ਇਹ ਇੱਕ ਸੁਪਨੇ ਦੀ ਨਿਆਈ ਹੈ। ਜਦੋਂ ਸੁਪਨਾ ਖਤਮ ਹੁੰਦਾ ਹੈ ਤੇ ਫਿਰ ਇਹ ਸਾਰਾ ਜਿਹੜਾ ਸਾਰਾ ਪਸਾਰਾ ਖਤਮ ਹੋ ਜਾਂਦਾ ਜਦੋਂ ਬੰਦਾ ਮੌਤ ਵੱਲ ਵੱਧਦਾ ਹੈ। ਤੇ ਸਤਿਗੁਰਾਂ ਨੇ ਫਿਰ ਸੂਹੀ ਰਾਗ ਦਾ ਇੱਕ ਸ਼ਬਦ ਉਚਾਰਨ ਕੀਤਾ ਇਸ ਜਗ੍ਹਾ ਦੇ ਉੱਤੇ, ਇਸ ਜੋਗੀ ਨੂੰ ਸਮਝਾਉਣ ਵਾਸਤੇ। ਸਤਿਗੁਰਾਂ ਨੇ ਉਚਾਰਨ ਕੀਤਾ ਹੈ, ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਾਂਗ ਉਤਾਰ ਥੰਮਿਓ ਪਸਾਰਾ, ਤਬ ਇੱਕ ਹੈ ਏਕ ਅੰਕਾਰਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜੋਗੀ ਜਿਵੇਂ ਕੋਈ ਬਾਜੀਗਰ ਕਿਸੇ ਪਿੰਡ ਦੇ ਵਿੱਚ ਆਵੇ, ਉਹ ਸਾਰਾ ਸਮਾਨ ਖਿਲਾਰ ਲਵੇ। ਕਹਿੰਦੇ ਹਾਂਜੀ ਮਹਾਰਾਜ, ਤੇ ਤਰ੍ਹਾਂ ਤਰ੍ਹਾਂ ਦੇ ਭੇਖ ਬਣਾ ਕੇ ਲੋਕਾਂ ਨੂੰ ਦਿਖਾਵੇ, ਕਿਤੇ ਕੁਛ ਬਣਦਾ ਹੈ, ਕਿਤੇ ਕੁਛ ਬਣਦਾ ਹੈ। ਜਾਦੂਗਰ ਕਹਿ ਲਓ, ਬਾਜੀਗਰ ਕਹਿ ਲਓ, ਜਿਹੜਾ ਤਮਾਸ਼ਾ ਵਿਖਾਉਣ ਵਾਲੇ ਹੁੰਦੇ ਆ। ਕਹਿੰਦਾ ਹਾਂਜੀ ਮਹਾਰਾਜ, ਤਰ੍ਹਾਂ ਤਰ੍ਹਾਂ ਦੇ ਚੋਜ ਕਰਦਾ ਹੈ। ਸਤਿਗੁਰੂ ਕਹਿੰਦੇ, ਪਰ ਸਾਂਗ ਉਤਾਰ ਥੰਮਿਓ ਪਸਾਰਾ, ਤਾਂ ਵੇਖਿਆ ਏਕ ਅੰਕਾਰਾ। ਸਤਿਗੁਰੂ ਕਹਿੰਦੇ ਜੋ ਸਾਰੇ ਸਵਾਂਗ ਰਚ ਕੇ ਸਾਰਾ ਕੁਝ ਬਣ ਕੇ ਜਦੋਂ ਆਪਣਾ ਖੇਲ ਨੂੰ ਖਤਮ ਕਰਦਾ ਹੈ, ਜਦੋਂ ਇਕੱਠਾ ਕਰਦਾ, ਫਿਰ ਕੌਣ ਰਹਿ ਜਾਂਦਾ। ਕਹਿੰਦਾ ਮਹਾਰਾਜ ਜੀ ਫਿਰ ਤੇ ਇੱਕ ਉਹੀ ਰਹਿ ਜਾਂਦਾ ਹੈ, ਜੋਗੀ ਵਾਹਿਗੁਰੂ, ਫਿਰ ਤੇ ਉਹੀ ਬਾਜੀਗਰ ਹੀ ਰਹਿ ਜਾਂਦਾ। ਸਤਿਗੁਰੂ ਕਹਿੰਦੇ ਇਸੇ ਤਰ੍ਹਾਂ ਸ੍ਰਿਸ਼ਟੀ ਦਾ ਪਸਾਰਾ ਹੈ। ਇਹ ਪਰਮੇਸ਼ਵਰ ਨੇ ਬਾਜੀ ਪਾਈ ਹੋਈ ਹੈ, ਤਰ੍ਹਾਂ ਤਰ੍ਹਾਂ ਦੇ ਖੇਡ ਰਚੇ ਹੋਏ ਆ ਸੰਸਾਰ ਦੇ। ਪਰ ਜਦੋਂ ਪਰਮੇਸ਼ਵਰ ਇਕੱਠਾ ਹੁੰਦਾ ਹੈ ਉਦੋਂ ਸਿਰਫ ਉਹ ਇੱਕ ਅਕਾਲ ਪੁਰਖ ਪਰਮੇਸ਼ਵਰ ਰਹਿ ਜਾਂਦਾ ਹੈ। ਫਿਰ ਸਤਿਗੁਰਾਂ ਨੇ ਕਿਹਾ, ਇਹਨੇ ਕਿਹਾ, ਇਹ ਸਵਾਲ ਕੀਤਾ ਹੈ ਕਿ ਕਵਣ ਰੂਪ ਦ੍ਰਿਸ਼ਟਾਇਓ ਬਿਨਸਾਇਓ, ਕਤੇ ਗਇਓ ਕਤ ਤੇ ਆਇਓ। ਪਰਮੇਸ਼ਵਰ ਸਤਿਗੁਰਾਂ ਨੇ ਇਹਨੇ ਸਵਾਲ ਕੀਤਾ ਹੈ, ਸਤਿਗੁਰਾਂ ਨੇ ਬਾਣੀ 'ਚ ਲਿਖਿਆ, ਕਵਣ ਰੂਪ ਦ੍ਰਿਸ਼ਟਿਓ ਬਿਨਸਾਇਓ, ਕਿ ਕਿਉਂ ਇਹ ਜਿਹੜਾ ਇਹ ਬਿਨਸਣ ਵਾਲਾ ਹੈ ਜਾਂ ਇਹ ਦ੍ਰਿਸ਼ਟਮਾਨ ਕਿਉਂ ਦਿਸਦਾ ਹੈ ਜੇ ਬਿਨਸਵਾਣਾ ਹੈ, ਜੇ ਖਤਮ ਹੋਣ ਵਾਲਾ ਹੈ। ਕਤੇ ਗਇਓ ਕਤ ਤੇ ਆਇਓ, ਇਹ ਲੋਕ ਸੰਸਾਰ ਕਿੱਧਰ ਨੂੰ ਤੁਰਿਆ ਜਾ ਰਿਹਾ, ਕਿੱਥੋਂ ਆਉਂਦੇ ਹਨ ਸੰਸਾਰ ਦੇ ਲੋਕ ਤੇ ਕਿੱਥੇ ਚਲੇ ਜਾਂਦੇ ਹਨ, ਇਹ ਮਹਾਰਾਜ ਨੂੰ ਸਮਝਾਓ। ਤੇ ਫਿਰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਭਾਈ ਜਿਵੇਂ ਬਾਜੀਗਰ ਬਾਜੀ ਪਾਉਂਦਾ ਹੈ, ਇਹੋ ਖੇਡ ਸੰਸਾਰ ਦੀ ਹੈ। ਫਿਰ ਸਤਿਗੁਰਾਂ ਨੇ ਇੱਕ ਹੋਰ ਬੜੀ ਸੁੰਦਰ ਉਦਾਹਰਨ ਦਿੱਤੀ। ਸਤਿਗੁਰੂ ਕਹਿੰਦੇ, ਜਲ ਤੇ ਉੱਠ ਹੈ ਅਨਿਕ ਤਰੰਗਾ, ਕਨਕ ਭੂਖਣ ਕੀਨੇ ਬਹੁ ਰੰਗਾ। ਸਤਿਗੁਰਾਂ ਨੇ ਕਿਹਾ ਜਿਵੇਂ ਜਲ ਦੇ ਉੱਤੋਂ ਅਨੇਕਾਂ ਤਰੰਗਾਂ ਉੱਠਦੀਆਂ। ਕਹਿੰਦਾ ਹਾਂ ਮਹਾਰਾਜ। ਸਤਿਗੁਰੂ ਕਹਿੰਦੇ ਉਹ ਜਲ ਦਾ ਰੂਪ ਹੀ ਹੁੰਦੀਆਂ। ਕਹਿੰਦਾ ਹਾਂਜੀ, ਪਰ ਜਦੋਂ ਜਲ ਸ਼ਾਂਤ ਹੋ ਜਾਂਦਾ ਤੇ ਉਹ ਕਿੱਥੇ ਚਲੀ ਜਾਂਦੀਆਂ। ਕਹਿੰਦਾ ਮਹਾਰਾਜ ਫਿਰ ਜਲ ਦੇ ਵਿੱਚ ਹੀ ਸਮਾ ਜਾਂਦੀ ਆ। ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਸੰਸਾਰ ਤੇ ਲੋਕ ਆਉਂਦੇ ਆ ਤੇ ਉਹ ਫਿਰ ਉਹਦੇ ਵਿੱਚ ਹੀ ਪਰਮੇਸ਼ਰ ਦੇ ਵਿੱਚ ਹੀ ਸਮਾ ਜਾਂਦੇ ਆ। ਫਿਰ ਸਤਿਗੁਰਾਂ ਨੇ ਕਿਹਾ, ਕਨਿਕ
ਭੂਖਣ ਕੀਨੇ ਬਹੁ ਰੰਗਾ। ਸਤਿਗੁਰ ਕਹਿੰਦੇ ਜਿਵੇਂ ਕੋਈ ਸੁਨਿਆਰਾ ਅਨੇਕਾਂ ਤਰ੍ਹਾਂ ਦੇ ਆਭੂਖਣ ਅਨੇਕਾਂ ਤਰ੍ਹਾਂ ਦੇ ਗਹਿਣੇ ਬਣਾਵੇ, ਕੋਈ ਮੁੰਦਰੀ ਬਣਾਵੇ, ਕੋਈ ਕੰਨ 'ਚ ਪਾਉਣ ਵਾਲੀਆਂ ਵਾਲੀਆਂ ਬਣਾਵੇ, ਕੋਈ ਕੜਾ ਬਣਾਵੇ। ਕਹਿੰਦਾ ਹਾਂਜੀ ਮਹਾਰਾਜ। ਕਹਿੰਦੇ ਉਹਨਾਂ ਦੇ ਵਿੱਚ ਉਹਨਾਂ ਨੂੰ ਫੇਰ ਅਖੀਰ ਦੇ ਉੱਤੇ ਇਕੱਠਾ ਕਰਕੇ ਤੇ ਸੋਨਾ ਬਣਾ ਦੇਵੇ, ਪਿਘਾਲ ਦੇਵੇ, ਤੇ ਉਹ ਕੀ ਬਣ ਜਾਵੇਗਾ ਮਹਾਰਾਜ? ਉਹ ਫਿਰ ਸੋਨੇ ਦਾ ਸੋਨਾ ਹੀ ਰਹਿ ਜਾਵੇਗਾ। ਕਹਿੰਦੇ ਜਿਹੜੇ ਉਹ ਭੂਸ਼ਣ ਬਣੇ ਸਨ, ਜਿਹੜੇ ਉਹ ਗਹਿਣੇ ਬਣੇ ਸਨ, ਕੀ ਉਹਨਾਂ ਦੇ ਵਿੱਚ ਸੋਨਾ ਨਹੀਂ ਸੀ? ਕਹਿੰਦਾ ਮਹਾਰਾਜ ਉਹਨਾਂ ਦੇ ਵਿੱਚ ਵੀ ਸੋਨਾ ਸੀ, ਤੇ ਜਦੋਂ ਉਹ ਗਹਿਣਿਆਂ ਨੂੰ ਢਾਲ ਕੇ ਦੁਬਾਰਾ ਇਕੱਠਾ ਕੀਤਾ ਗਿਆ ਉਹ ਵੀ ਸੋਨਾ ਸੀ। ਸਤਿਗੁਰ ਕਹਿੰਦੇ ਫਿਰ ਇਵੇਂ ਪਰਮੇਸ਼ਰ ਦਾ ਖੇਡ ਹੈ। ਉਹ ਸਾਰੇ ਜਗ੍ਹਾ ਦੇ ਉੱਤੇ ਫੈਲਿਆ ਹੋਇਆ ਹੈ, ਕੋਈ ਕਿਸੇ ਤਰ੍ਹਾਂ ਦਾ ਮਨੁੱਖ ਹੈ, ਕੋਈ ਕਿਸੇ ਤਰ੍ਹਾਂ ਦਾ, ਪਰ ਜਦੋਂ ਅਖੀਰ ਤੇ ਉਹ ਇਕੱਠਾ ਹੁੰਦਾ ਹੈ ਤੇ ਫਿਰ ਸਿਰਫ ਤੇ ਸਿਰਫ ਇੱਕ ਓੰਕਾਰ ਪਰਮੇਸ਼ਰ ਰਹਿ ਜਾਂਦਾ ਹੈ। ਫਿਰ ਸਤਿਗੁਰਾਂ ਨੇ ਇੱਕ ਉਦਾਹਰਨ ਹੋਰ ਦਿੱਤੀ ਹੈ, ਬੀਜ ਬੀਜ ਦੇਖਿਓ ਬਹੁ ਪ੍ਰਕਾਰਾ, ਫਲ ਪਾਕੇ ਤੇ ਏਕ ਓੰਕਾਰਾ। ਮਹਾਰਾਜ ਕਹਿੰਦੇ ਜਿਵੇਂ ਇੱਕ ਛੋਟਾ ਜਿਹਾ ਬੀਜ ਹੋਵੇ ਤੇ ਉਸ ਛੋਟੇ ਜਿਹੇ ਬੀਜ ਨੂੰ ਬੀਜਦੀ ਹੈ, ਫਿਰ ਉਹਦੇ ਤੋਂ ਇੱਕ ਵੱਡਾ ਸਾਰਾ ਬੋਹੜ ਦਾ ਰੁੱਖ ਉਗਾਵੇ, ਕੋਈ ਵੀ ਰੁੱਖ ਉਗਾਵੇ, ਤੇ ਫਿਰ ਜਦੋਂ ਉਹਦੇ ਉੱਤੇ ਫਲ ਲੱਗਣ, ਫਲ ਪਾਕੇ ਜਦੋਂ ਫਲ ਪੱਕ ਜਾਣ ਤੇ ਜਦੋਂ ਉਹਨੂੰ ਤੋੜ ਕੇ ਫਲ ਨੂੰ ਤੇ ਵਿੱਚੋਂ ਕੱਟੀਏ, ਵਿੱਚੋਂ ਕੀ ਨਿਕਲੇਗਾ? ਸਤਿਗੁਰੂ ਉਹਦੇ ਵਿੱਚੋਂ ਫਿਰ ਬੀਜ ਨਿਕਲਣਗੇ। ਸਤਿਗੁਰੂ ਕਹਿੰਦੇ ਬਸ ਇਹੀ ਪਰਮੇਸ਼ਰ ਦੀ ਖੇਡ ਹੈ। ਉਹ ਬੀਜ ਰੂਪ ਹੋ ਕਰਕੇ ਬੀਜਿਆ ਗਿਆ, ਫਿਰ ਉਹਦੇ ਤੋਂ ਜਿਹੜਾ ਫਿਰ ਦੁਬਾਰਾ ਫਲ ਲੱਗਦੇ ਆ, ਬੀਜ ਨਿਕਲਦਾ ਹੈ, ਫਿਰ ਉਸ ਬੀਜ ਨੂੰ ਬੀਜਿਆ ਜਾਂਦਾ ਹੈ। ਇਸੇ ਤਰ੍ਹਾਂ ਪਰਮੇਸ਼ਰ ਦੀ ਖੇਡ ਹੈ। ਫਿਰ ਦੁਬਾਰਾ ਜੀਵ ਆਉਂਦੇ ਆ ਜਾਂਦੇ ਆ, ਆਉਂਦੇ ਆ ਜਾਂਦੇ ਆ, ਇਸ ਤਰ੍ਹਾਂ ਇਹ ਖੇਡ ਚੱਲਦੀ ਰਹਿੰਦੀ। ਫਿਰ ਸਤਿਗੁਰਾਂ ਨੇ ਕਿਹਾ ਸਹਿਸ ਘਟਾਮੈ ਏਕ ਆਕਾਸ਼, ਘਟ ਫੂਟੇ ਤੇ ਉਹੀ ਪ੍ਰਗਾਸ। ਪਾਤਸ਼ਾਹ ਨੇ ਕਿਹਾ ਹੈ, ਗੁਰੂ ਅਰਜਨ ਦੇਵ ਮਹਾਰਾਜ ਨੇ, ਕਹਿੰਦੇ ਜਿਵੇਂ ਕਿੰਨੇ ਸਾਰੇ ਘੜੇ ਹੇਠਾਂ ਰੱਖ ਦਈਏ ਪਾਣੀ ਦੇ ਭਰ ਕੇ, ਤੇ ਉੱਪਰਲੇ ਪਾਸਿਓਂ ਸਾਰਾ ਆਕਾਸ਼ ਜਿਹੜਾ ਇੱਕ ਹੈ। ਕਹਿੰਦਾ ਹਾਂਜੀ ਮਹਾਰਾਜ ਸਾਰਾ ਆਕਾਸ਼ ਇੱਕ ਹੈ, ਪਰ ਉਹਨਾਂ ਘੜਿਆਂ ਦੇ ਵਿੱਚ ਵੱਖ-ਵੱਖ ਦਿਖ ਰਿਹਾ। ਕਹਿੰਦਾ ਹਾਂਜੀ ਮਹਾਰਾਜ ਉਹਨਾਂ ਘੜਿਆਂ 'ਚ ਵੱਖ-ਵੱਖ ਦਿਸੇਗਾ, ਪਾਣੀ ਦੇ ਘੜਿਆਂ ਦੇ ਵਿੱਚ। ਸਤਿਗੁਰੂ ਕਹਿੰਦੇ ਘਟ ਫੁੱਟੇ ਤੇ ਉਹੀ ਪ੍ਰਗਾਸ। ਕਹਿੰਦੇ ਵੀ ਜੋ ਘੜਾ ਫੁੱਟ ਜਾਵੇ, ਸਾਰੇ ਘੜੇ ਤੋੜ ਦਈਏ, ਫੇਰ ਕੀ ਉਹ ਆਕਾਸ਼ ਜਿਹੜਾ ਟੁੱਟ ਜਾਵੇਗਾ? ਕਹਿੰਦਾ ਮਹਾਰਾਜ ਆਕਾਸ਼ ਤੇ ਉਸੇ ਤਰ੍ਹਾਂ ਦਾ ਉਸੇ ਤਰ੍ਹਾਂ ਰਹੇਗਾ। ਸਤਿਗੁਰ ਕਹਿੰਦੇ ਬਸ ਇਹੀ ਖੇਡ ਹੈ ਪਰਮੇਸ਼ਰ ਦੀ। ਜੀਵ ਖਤਮ ਹੁੰਦੇ ਰਹਿਣਗੇ, ਆਉਂਦੇ ਜਾਂਦੇ ਰਹਿਣਗੇ, ਪਰ ਪਰਮੇਸ਼ਰ ਸਥਿਰ ਹੈ। ਪਰਮੇਸ਼ਰ ਜਿਹੜਾ ਹੈ ਉਹ ਕਦੀ ਵੀ ਖਤਮ ਨਹੀਂ ਹੋਣ ਵਾਲਾ। ਇਹਨੇ ਫਿਰ ਦੋਵੇਂ ਹੱਥ ਜੋੜੇ ਇਸ ਸੰਤੋਖੇ ਸਾਧੂ ਨੇ, ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਇਹਨੇ ਕਿਹਾ ਮਹਾਰਾਜ ਹੁਣ ਮੇਰਾ ਕਲਿਆਣ ਹੋਇਆ, ਮੈਂ ਹੁਣ ਸਰੀਰ ਤਿਆਗਦਾ। ਫਿਰ ਇਹਨੇ ਸੰਤੋਖੇ ਸਾਧੂ ਨੇ ਆਪਣਾ ਸਰੀਰ ਤਿਆਗਿਆ। ਫਿਰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਸਿੱਖਾਂ ਨੂੰ ਦੱਸ ਰਹੇ ਗੁਰੂ ਅਰਜਨ ਦੇਵ ਮਹਾਰਾਜ, ਕਹਿੰਦੇ ਫਿਰ ਅਸਾਂ ਨੇ ਉਹ ਸੰਤੋਖ ਸਰ ਸਰੋਵਰ ਜਿਹੜਾ ਉਹ ਖੁਦਵਾਇਆ। ਉਸ ਜਗ੍ਹਾ ਦੇ ਉੱਤੇ ਫਿਰ ਅਸੀਂ ਜਿਹੜਾ ਹੈ ਜਲ ਰਖਵਾਇਆ। ਫਿਰ ਉਸ ਤੋਂ ਬਾਅਦ ਅਸੀਂ ਇਸ ਜਗ੍ਹਾ ਨੂੰ ਜੋ ਅੰਮ੍ਰਿਤ ਸਰੋਵਰ ਹੈ ਇਹਨੂੰ ਪੱਕਾ ਕਰਵਾਇਆ ਸਿੱਖੋ। ਫਿਰ ਪੱਕਾ ਕਰਵਾ ਕੇ ਇਹਦੇ ਵਿੱਚ ਅਸੀਂ ਇੱਕ ਹਰਿਮੰਦਰ ਸਾਹਿਬ ਅਸਥਾਨ ਜਿਹੜਾ ਬਣਵਾਇਆ ਹੈ। ਫਿਰ ਸਤਿਗੁਰਾਂ ਨੇ ਬਖਸ਼ਿਸ਼ ਕੀਤਾ। ਫਿਰ ਇੱਕ ਸਤਿਗੁਰਾਂ ਨੇ ਬਾਣੀ ਦਾ ਉਪਦੇਸ਼ ਦਿੱਤਾ ਹੈ, ਸੋਠ ਮਹੱਲਾ ਪੰਜਵਾ। ਸਤਿਗੁਰਾਂ ਨੇ ਕਿਹਾ ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ, ਮੱਜਨ ਗੁਰ ਆਂਦਾ ਰਾਸੇ, ਜਪ ਹਰ ਹਰ ਕਿਲ ਵਿਖ ਨਾਸੇ। ਸੰਤੋ ਰਾਮਦਾਸ ਸਰੋਵਰ ਨੀਕਾ, ਜੋ ਨਹਾਵੈ ਸੋ ਕੁਲ ਤਰਾਵੈ, ਉਧਾਰ ਹੋਆ ਹੈ ਜੀ ਕਾ। ਪਾਤਸ਼ਾਹ ਨੇ ਕਿਹਾ ਇਸ ਸਰੋਵਰ ਨੂੰ ਪੱਕਾ ਕਰਾ ਕੇ ਹਰਿਮੰਦਰ ਸਾਹਿਬ ਬਣਾ ਕੇ ਸਿੱਖਾਂ ਨੂੰ ਉਪਦੇਸ਼ ਕੀਤਾ। ਜੋ ਸਿੱਖਾਂ ਨੇ ਆਣ ਕੇ ਕਿਹਾ ਨਾ ਕਿ ਮਹਾਰਾਜ ਉਸ ਕਾਂਚੀਪੁਰੀ ਦਾ ਮਹਾਤਮ ਜ਼ਿਆਦਾ ਹੈ ਕਿ ਹਰਿਮੰਦਰ ਦਾ ਮਹਾਤਮ ਜ਼ਿਆਦਾ ਹੈ, ਇਸ ਪਾਵਨ ਸਰੋਵਰ ਦਾ ਮਹਾਤਮ ਜ਼ਿਆਦਾ ਹੈ। ਤੇ ਫਿਰ ਸਤਿਗੁਰਾਂ ਨੇ ਕਿਹਾ ਸੰਤੋ ਰਾਮਦਾਸ ਸਰੋਵਰ ਨੀਕਾ, ਇਹ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਪੈਦਾ ਕੀਤਾ ਸਰੋਵਰ ਜਿਹੜਾ ਹੈ ਬੜਾ ਸੁੰਦਰ ਹੈ। ਜੋ ਨਹਾਵੇ ਸੋ ਕੁੱਲ ਤਰਾਵੇ, ਉਹਦੇ ਕੁੱਲਾਂ ਦਾ ਉਧਾਰ ਹੋ ਜਾਵੇਗਾ। ਇਹ ਲੋਕ ਉੱਥੇ ਮੰਨਦੇ ਆ ਨਾ ਕਿ ਕਾਸ਼ੀ ਜਾ ਕੇ ਜਿਹੜਾ ਮਰੇਗਾ ਉਹਦਾ ਹੀ ਕਲਿਆਣ ਹੋਵੇਗਾ। ਤੇ ਮਹਾਰਾਜ ਕਹਿੰਦੇ ਜਿਹੜਾ ਇਸ ਸਰੋਵਰ 'ਚ ਨਹਾਵੇਗਾ ਨਾ, ਜੋ ਨਹਾਵੇ ਸੋ ਕੁੱਲ ਉਤਰਾਵੇ, ਉਹਦਾ ਕੁੱਲ ਦਾ ਨਿਸਤਾਰਾ ਹੋ ਜਾਏਗਾ। ਉਧਾਰ ਹੋਆ ਹੈ ਜੀ ਕਾ, ਸਾਰਿਆਂ ਜੀਵਾਂ ਦਾ ਉਧਾਰ, ਸਾਰਿਆਂ ਮਨੁੱਖਾਂ ਦਾ ਉਧਾਰ ਇਸ ਹਰਿਮੰਦਰ ਸਰੋਵਰ 'ਚ ਇਸ਼ਨਾਨ ਕਰਨ ਦੇ ਨਾਲ ਹੋਵੇਗਾ। ਰਹਾਓ ਜੈ ਜੈਕਾਰ ਜਗ ਗਾਵੈ, ਮਨ ਚਿੰਦਿਆੜੇ ਫਲ ਪਾਵੈ, ਸਹੀ ਸਲਾਮਤ ਨਹਾਏ ਆਏ, ਆਪਣਾ ਪ੍ਰਭੂ ਧਿਆਏ। ਸੰਤ ਸਰੋਵਰ ਨਹਾਵੈ, ਸੋ ਜਨ ਪਰਮ ਗਤ ਪਾਵੈ, ਮਰੈ ਨ ਆਵੈ ਜਾਈ, ਹਰ ਹਰ ਨਾਮ ਧਿਆਈ। ਇਹੋ ਬ੍ਰਹਮ ਵਿਚਾਰ ਸੋ ਜਾਣੈ,
जिस दयाल होए भगवानै, बाबा नानक प्रभ शरण आई, सब चिंता गणत मनाई मिटाई। सतगुਰਾਂ ने बख्शिश की, सिखां नूं कहा है पातशाह ने कि भाई जिहड़ा भी इस सरोवर ते आवेगा, कली कली पंक्ति का अर्थ बहुत विस्तार हो जाना, मैं समुचा जिहड़ा अर्थ करके अगे चलांगा, भाव अर्थ करके। सतगुਰਾਂ ने कहा भाई ये जिहड़ा अमृत सरोवर है ना, बड़ा सुंदर है गुरु रामदास पातशाह का। ਜਿਹੜਾ इस जगह के उत्ते इशनान करेगा ਉਹਦਾ कल्याण होएगा, मन चिंदेड़े फल ਨੂੰ प्राप्त होणगे। ਤੇ ਜਿਹੜਾ ਇੱਥੇ ਆ ਕੇ ਸਰੋਵਰ 'ਚ ਇਸ਼ਨਾਨ ਕਰੇਗਾ, ਉੱਥੇ ਜੇ ਸੰਤ ਰੂਪੀ ਸਰੋਵਰ ਭਾਵ ਸਤ ਸੰਗਤ 'ਚ ਇਸ਼ਨਾਨ ਕਰੇਗਾ, ਉਹਨੂੰ ਪਰਮਗਤੀ ਪ੍ਰਾਪਤ ਹੋਏਗੀ, ਉਹਦਾ ਵੀ ਕਲਿਆਣ ਹੋਵੇਗਾ। ਇਸ ਸਰੋਵਰ ਤੇ ਆਉਣ ਦੇ ਨਾਲ ਕਾਛੀਪੁਰੀ ਜਾ ਕੇ ਲੋਕ ਸਿਰਫ ਇਸ਼ਨਾਨ ਕਰਦੇ ਹਨ, ਪਰ ਇਸ ਅੰਮ੍ਰਿਤ ਸਰੋਵਰ ਤੇ ਆ ਕੇ ਜਿੱਥੇ ਕੋਈ ਇਸ਼ਨਾਨ ਕਰਦਾ ਹੈ ਤੇ ਸੰਗਤ ਵੀ ਕਰਦੇ ਹਨ। ਆਪਾਂ ਹਰਿਮੰਦਰ ਸਾਹਿਬ ਜਾਂਦੇ ਹਾਂ, ਦਰਬਾਰ ਸਾਹਿਬ, ਉੱਥੇ ਇਸ਼ਨਾਨ ਤੇ ਆਪਾਂ ਕਰਦੇ ਹੀ ਹਾਂ ਭਾਵਨਾ ਦੇ ਨਾਲ, ਤੇ ਨਾਲ ਨਾਲ ਹੋਰ ਕੀ ਆ, ਸਾਡੇ ਕੰਨਾਂ 'ਚ ਬਾਣੀ ਪੈਂਦੀ ਹੈ, ਕੀਰਤਨ ਸਰਵਣ ਕਰਦੇ ਆ। ਕੋਈ ਕਿਸ ਜਗ੍ਹਾ ਦੇ ਉੱਤੇ ਬੈਠਾ ਸਤ ਸੰਗਤ ਕਰ ਰਿਹਾ, ਕੋਈ ਬਾਣੀ ਪੜ੍ਹ ਰਿਹਾ ਹੈ, ਕੋਈ ਕੀਰਤਨ ਸਰਵਣ ਕਰ ਰਿਹਾ, ਕਿੰਨਾ ਉੱਥੇ ਅਚਰਜ ਜਿਹੜੀ ਹੈ ਉਹ ਵਿਆਪਕਤਾ ਹੁੰਦੀ ਹੈ। ਇਸੇ ਕਰਕੇ ਸਤਿਗੁਰਾਂ ਨੇ ਕਿਹਾ ਜਿਹੜਾ ਇੱਥੇ ਆਵੇਗਾ ਉਹਨੂੰ ਦੋ ਸਰੋਵਰ ਪ੍ਰਾਪਤ ਹੋਣਗੇ। ਇੱਕ ਇਹ ਸਰੋਵਰ ਜਿੱਥੇ ਉਹ ਸਰੀਰ ਦਾ ਇਸ਼ਨਾਨ ਕਰਾਵੇਗਾ, ਤੇ ਦੂਸਰਾ ਸਰੋਵਰ ਜਿਹੜਾ ਹੈ ਉਹ ਸੰਤ ਸਰੋਵਰ ਨਹਾਵੇ, ਉਹ ਸੰਤਾਂ ਦੇ ਸਰੋਵਰ ਭਾਰ ਸੰਗਤ ਦੇ ਵਿੱਚ ਬੈਠ ਕੇ ਇਸ਼ਨਾਨ ਕਰੇਗਾ ਤੇ ਉਹਦਾ ਵੀ ਕਲਿਆਣ ਹੋਵੇਗਾ। ਇਸ ਤਰ੍ਹਾਂ ਸਿੱਖੋ ਅਸੀਂ ਇਹ ਜਿਹੜਾ ਹਰਿਮੰਦਰ ਜਿਹੜਾ ਇਹਦੀ ਉਸਾਰੀ ਕਰਵਾਈ ਆ, ਇੰਨਾ ਮਹਾਤਮ ਹੈ ਇਸ ਜਗ੍ਹਾ ਦਾ ਉੱਤਾ। ਜਿਹੜਾ ਇਸ ਜਗ੍ਹਾ ਦੇ ਆ ਕੇ ਇਸ਼ਨਾਨ ਕਰੇਗਾ, ਜਿਹੜਾ ਇੱਥੇ ਆ ਕੇ ਇਸ਼ਨਾਨ ਕਰੇਗਾ, ਬਾਣੀ ਪੜ੍ਹੇਗਾ, ਸਿਮਰਨ ਕਰੇਗਾ, ਉਹਦਾ ਕਲਿਆਣ ਹੋਵੇਗਾ, ਉਹਦੀਆਂ ਕੁਲਾਂ ਦਾ ਉਧਾਰ ਹੋਵੇਗਾ। ਸੋ ਸਾਧ ਸੰਗਤ ਇਸ ਤਰ੍ਹਾਂ ਸਤਿਗੁਰਾਂ ਨੇ ਜਿਹੜਾ ਹੈ ਇਸ ਅੰਮ੍ਰਿਤ ਸਰੋਵਰ ਦੀ ਸਾਰੀ ਗੱਲ ਸਿੱਖਾਂ ਨੂੰ ਦੱਸੀ ਹੈ ਕਿ ਭਾਈ ਇਸ ਤਰ੍ਹਾਂ ਤੁਹਾਡਾ ਵੀ ਕਲਿਆਣ ਹੋਵੇਗਾ। ਜੇ ਤੁਸੀਂ ਇਸ ਜਗ੍ਹਾ ਦੇ ਆ ਕੇ ਤੇ ਆਪਣਾ ਕਲਿਆਣ ਕਰਨਾ ਚਾਹੁੰਦੇ ਹੋ, ਬਾਣੀ ਪੜ੍ਹੋ, ਇੱਥੇ ਆ ਕੇ ਇਸ਼ਨਾਨ ਕਰੋ ਤੇ ਤੁਹਾਡੇ ਜੀਵਨ ਦਾ ਜਿਹੜਾ ਹੈ ਉਹ ਕਲਿਆਣ ਹੋਵੇ। ਸੋ ਅੱਗੇ ਜਿਹੜੀ ਸਾਖੀ ਹੈ, ਭਾਈ ਕਾਲਾ ਤੇ ਨਿਹਾਲੂ, ਇਹ ਪਰਬਤਾਂ ਤੇ ਰਹਿਣ ਵਾਲੇ ਸਿੱਖ ਸਨ। ਇਹ ਪਰਬਤਾਂ ਦੇ ਰਹਿਣ ਵਾਲੇ ਸਿੱਖ ਸਤਿਗੁਰਾਂ ਦੇ ਹਜ਼ੂਰ ਆਏ ਆ ਦਰਸ਼ਨ ਕਰਨ ਵਾਸਤੇ। ਬੇਨਤੀ ਕੀਤੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਅਸੀਂ ਤੇ ਪਰਬਤਾਂ ਤੇ ਰਹਿੰਦੇ ਹਾਂ, ਪਰ ਤੁਸੀਂ ਮਹਾਤਮ ਅੰਮ੍ਰਿਤਸਰ ਦਾ ਦਿੱਤਾ ਹੈ, ਤੇ ਕਿਰਪਾ ਕਰੋ ਸਾਡਾ ਵੀ ਕਲਿਆਣ ਕਰੋ, ਅਸੀਂ ਵੀ ਇੱਥੇ ਰਹਿ ਕੇ ਕਲਿਆਣਕਾਰੀ ਹੋਈਏ। ਪਾਤਸ਼ਾਹ ਨੇ ਕਿਹਾ ਭਾਈ ਤੁਹਾਡੀ ਮਰਜ਼ੀ ਹੈ, ਇੱਥੇ ਰਹੋ, ਤੁਹਾਡਾ ਵੀ ਕਲਿਆਣ ਹੋਵੇਗਾ, ਸਾਡੇ ਹਜ਼ੂਰ ਰਹੋ, ਸਨਮੁਖ ਰਹੋ, ਸੇਵਾ ਕਰੋ, ਤੁਹਾਡਾ ਕਲਿਆਣ ਹੋਵੇਗਾ। ਇਹ ਫਿਰ ਉੱਥੇ ਸੇਵਾ ਕਰਨ ਲੱਗੇ ਆ। ਇੱਕ ਦਿਨ ਇਹਨਾਂ ਦੇ ਮਨ 'ਚ ਸਵਾਲ ਆਇਆ, ਇਹਨਾਂ ਨੇ ਸਤਿਗੁਰਾਂ ਨੂੰ ਸਵਾਲ ਕੀਤਾ ਹੈ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ, ਅਸੀਂ ਇੱਥੇ ਰਹਿੰਦੇ ਹਾਂ, ਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ, ਪਰ ਜਿਹੜਾ ਇੱਥੇ ਅੰਮ੍ਰਿਤਸਰ ਦੀ ਧਰਤੀ ਤੇ ਰਹਿ ਕੇ ਬਾਣੀ ਨਹੀਂ ਪੜ੍ਹੇਗਾ, ਸਿਮਰਨ ਨਹੀਂ ਕਰੇਗਾ, ਜਿਹੜੇ ਤਾਮਸੀ ਲੋਕ ਹਨ ਭਾਵ ਪਾਪੀ ਹਨ, ਉਹਨਾਂ ਦੀ ਗਤੀ ਕਿਵੇਂ ਹੋਵੇਗੀ, ਉਹ ਕਿਵੇਂ ਮੁਕਤੀ ਪ੍ਰਾਪਤ ਕਰਨਗੇ। ਤੇ ਸਤਿਗੁਰਾਂ ਨੇ ਕਿਹਾ ਭਾਈ ਉਹ ਇਸ ਅੰਮ੍ਰਿਤਸਰ ਦੀ ਧਰਤੀ ਤੇ ਇਹਨਾਂ ਕਿਹਾ ਕਿ ਮਹਾਰਾਜ ਆਪ ਜੀ ਨੇ ਅੰਮ੍ਰਿਤਸਰ ਦਾ ਜਿਹੜਾ ਹੈ ਉਹ ਮਹਾਤਮ ਬਹੁਤ ਦੱਸਿਆ, ਪਰ ਉਹਨਾਂ ਦਾ ਵੀ ਕੀ ਕਲਿਆਣ ਹੋਵੇਗਾ ਜਿਹੜੇ ਇੱਥੇ ਪਾਪੀ ਲੋਕ ਰਹਿੰਦੇ ਆ। ਸਤਿਗੁਰਾਂ ਨੇ ਕਿਹਾ ਭਾਈ ਉਹਨਾਂ ਦਾ ਕਲਿਆਣ ਤੇ ਨਹੀਂ ਹੋਵੇਗਾ, ਪਰ ਉਹ ਜਿਹੜੀਆਂ ਦੂਸਰੀਆਂ ਜੂਨਾਂ ਹਨ ਨਾ, ਤਾਮਸੀ ਜੂਨਾਂ, ਹੋਰ ਭੂਤਾਂ ਪ੍ਰੇਤਾਂ ਵਾਲੀਆਂ ਜੂਨਾਂ, ਚੂਹਿਆਂ ਕੁੱਕਰਾਂ ਵਾਲੀਆਂ ਜੂਨਾਂ, ਉਹਨਾਂ ਤੋਂ ਬਚ ਜਾਣਗੇ। ਉਹ ਵਾਰ-ਵਾਰ ਜਨਮ ਲੈਂਦੇ ਰਹਿਣਗੇ, ਜਿੰਨਾ ਚਿਰ ਉਹ ਹਰਿਮੰਦਰ ਆ ਕੇ ਬਾਣੀ ਪੜ੍ਹ ਕੇ ਸਿਮਰਨ ਕਰਕੇ ਆਪਣਾ ਜੀਵਨ ਨਹੀਂ ਸਵਾਰ ਲੈਂਦੇ, ਉਹਨਾਂ ਚਿਰ ਉਹਨਾਂ ਦਾ ਇਸੇ ਤਰ੍ਹਾਂ ਹੀ ਜਨਮ ਹੁੰਦਾ ਰਹੇਗਾ। ਉਹਨਾਂ ਨੂੰ ਸੁੱਖ, ਉਹਨਾਂ ਨੂੰ ਕਲਿਆਣ ਉਦੋਂ ਪ੍ਰਾਪਤ ਹੋਏਗੀ ਜਦੋਂ ਉਹ ਸਾਡੇ ਬਚਨ ਮੰਨਣਗੇ, ਜਦੋਂ ਉਹ ਸਿਮਰਨ ਕਰਨਗੇ। ਇਹਨਾਂ ਨੇ ਨਮਸਕਾਰ ਕੀਤੀ ਹੈ, ਇਹ ਵੀ ਸਤਿਗੁਰਾਂ ਦੇ ਸਨਮੁਖ ਰਹਿ ਕੇ ਸੇਵਾ ਕਰਕੇ ਇਹਨਾਂ ਦਾ ਕਲਿਆਣ ਹੋਇਆ। ਫਿਰ ਭਾਈ ਸੱਧੂ ਤੇ ਰਾਮਦਾਸ ਇਹ ਸਤਿਗੁਰਾਂ ਦੇ ਹਜ਼ੂਰ ਆਏ ਆ, ਤੇ ਇਹਨਾਂ ਨੇ ਆਣ ਕੇ ਕਿਹਾ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ, ਅਸੀਂ ਆਪਣਾ ਸਰੀਰ ਜਿਹੜਾ ਹੈ ਤੁਹਾਡੀ ਸੇਵਾ 'ਚ ਤਿਆਗਣਾ ਚਾਹੁੰਦੇ ਹਾਂ। ਮਹਾਰਾਜ ਨੇ ਕਿਹਾ ਭਾਈ ਜਿਵੇਂ ਤੁਹਾਡੀ ਇੱਛਾ, ਤੁਸੀਂ ਸੇਵਾ ਕਰੋ, ਸਿਮਰਨ ਕਰੋ, ਸਾਡੇ ਹਜ਼ੂਰ ਰਹੋ ਤੇ ਤੁਹਾਡੀ ਕਲਿਆਣ ਹੋਵੇਗੀ। ਇਹ ਉੱਥੇ ਰਹੇ, ਕਥਾ ਕੀਰਤਨ ਕਰਦੇ ਰਹੇ, ਸਿਮਰਨ ਕਰਦੇ ਰਹੇ, ਬਾਣੀ ਪੜ੍ਹਦੇ ਰਹੇ। ਇਸ ਤਰ੍ਹਾਂ ਇਹਨਾਂ ਦੋਵਾਂ ਦਾ, ਭਾਈ ਸੱਧੂ ਤੇ ਰਾਮਦਾਸ ਦਾ ਕਲਿਆਣ ਹੋਇਆ। ਫਿਰ ਭਾਈ ਸੁਭਾਗਾ ਤੇ ਭਾਈ ਉਗਵੰਦਾ, ਸੇਠ ਸੁਭਾਗਾ ਤੇ ਉਗਵੰਦਾ, ਇਹ ਅਰੋੜੇ ਸਨ, ਚੂਹਣੀਆਂ ਪਿੰਡ ਰਹਿੰਦੇ ਸਨ। ਇਹ ਉੱਥੋਂ ਆਏ ਤੇ ਇਹ ਆਣ ਕੇ ਸਤਿਗੁਰਾਂ ਦੇ ਹਜ਼ੂਰ ਰਹਿੰਦੇ, ਤੇ ਸਤਿਗੁਰਾਂ ਨੇ ਇਹਨਾਂ ਦੀ ਡਿਊਟੀ ਲਾਈ ਸੀ ਕਿ ਜਿਹੜਾ ਵੀ ਭਾਈ ਸਿੱਖ ਆਉਂਦਾ ਹੈ, ਭਾਵੇਂ ਰਾਤ ਨੂੰ ਆਵੇ ਭਾਵੇਂ ਸਵੇਰੇ ਆਵੇ, ਉਹਦੀ ਟਹਿਲ ਕਰਨ ਦਾ ਜ਼ਿੰਮਾ ਤੁਹਾਡਾ ਹੈ। ਟਹਿਲ ਮਤਲਬ ਜਿਹੜਾ ਵੀ ਆਵੇ ਉਹਦੀ ਸੇਵਾ ਤੁਸੀਂ ਕਰਨੀ ਆ, ਰਾਤ ਨੂੰ ਜਾਗ ਕੇ ਭਾਵੇਂ ਸੇਵਾ ਕਰਨੀ ਪਵੇ।
ਜਿਹੜਾ ਵੀ ਸਿੱਖ ਆਉਂਦਾ ਉਹਨੂੰ ਰਾਤ ਨੂੰ ਪ੍ਰਸ਼ਾਦਾ ਮਿਲਣਾ ਚਾਹੀਦਾ ਹੈ, ਉਹਨੂੰ ਜਲ ਪਾਣੀ ਗਰਮ ਮਿਲਣਾ ਚਾਹੀਦਾ ਹੈ। ਜਿਵੇਂ ਦੀ ਉਹ ਚੀਜ਼ ਮੰਗਦਾ ਉਹਨੂੰ ਤੁਹਾਡੇ ਹੱਥ ਹੈ, ਤੁਸੀਂ ਉਹਨਾਂ ਨੂੰ ਦੇਣੀ ਹੈ। ਤੇ ਤੁਹਾਡਾ ਇਸ ਤਰ੍ਹਾਂ ਕਲਿਆਣ ਹੋਵੇਗਾ ਜਿਹਦੇ ਤੁਸੀਂ ਸਿੱਖਾਂ ਦੀ ਸੇਵਾ ਕਰੋਗੇ। ਇਹਨਾਂ ਦੋਵਾਂ ਨੇ ਫਿਰ ਸਾਰੀ ਉਮਰ ਸਤਿਗੁਰਾਂ ਦੇ ਹਜ਼ੂਰ ਰਹਿ ਕੇ, ਜਿਹੜਾ ਵੀ ਸਿੱਖ ਭਾਵੇਂ ਉਹ ਰਾਤ ਨੂੰ ਆਵੇ, ਭਾਵੇਂ ਸਵੇਰੇ ਆਵੇ, ਭਾਵੇਂ ਦੁਪਹਿਰੇ ਆਵੇ, ਉਹਨੂੰ ਆਉਂਦਿਆਂ ਉਹਦਾ ਇਸ਼ਨਾਨ ਕਰਵਾਉਣਾ, ਜਲ ਪਾਣੀ ਛਕਾਉਣਾ, ਪ੍ਰਸ਼ਾਦਾ ਛਕਾਉਣਾ, ਵਸਤਰਾਂ ਨਾਲ ਸੇਵਾ ਕਰਨੀ। ਇਸ ਤਰ੍ਹਾਂ ਉਹਨਾਂ ਨੇ ਜਿਹੜਾ ਵੀ ਸਿੱਖ ਆਉਂਦਾ ਸੀ ਉਹਦੀ ਸੇਵਾ ਕਰਕੇ ਤੇ ਇਹਨਾਂ ਨੇ ਆਪਣਾ ਵੀ ਜੀਵਨ ਸਫਲ ਕੀਤਾ ਤੇ ਆਪਣੇ ਪਰਿਵਾਰ ਦਾ ਵੀ ਕਲਿਆਣ ਕੀਤਾ। ਸੋ ਇਸ ਤਰ੍ਹਾਂ ਇਹ ਜਿੰਨੇ ਵੀ ਸਿੱਖ ਸਨ, ਇਸ 23ਵੀਂ ਪੌੜੀ ਦੇ ਅਤ ਸਨਮੁਖ ਸਿੱਖ, ਜਿਹੜੇ ਸਤਿਗੁਰਾਂ ਦੇ ਸਨਮੁਖ ਰਹਿ ਕੇ, ਸਤਿਗੁਰਾਂ ਦੀ ਹਜ਼ੂਰੀ 'ਚ ਰਹਿ ਕੇ ਜਿਨ੍ਹਾਂ ਨੇ ਆਪਣੇ ਜੀਵਨ ਦਾ ਕਲਿਆਣ ਕੀਤਾ ਹੈ, ਜਿਨ੍ਹਾਂ ਨੂੰ ਸਤਿਗੁਰਾਂ ਨੇ ਬਖਸ਼ਿਆ ਹੈ, ਜਿਨ੍ਹਾਂ ਨੇ ਬਾਣੀ ਪੜ੍ਹੀ ਹੈ, ਸਿਮਰਨ ਕੀਤਾ ਹੈ, ਇਸ ਹਰਿਮੰਦਰ ਸਰੋਵਰ ਦੇ ਕੋਲ ਰਹਿ ਕੇ ਸਰੋਵਰ ਦੀ ਸੇਵਾ ਵੀ ਕੀਤੀ ਹੈ ਤੇ ਇਸ ਸਰੋਵਰ 'ਚ ਇਸ਼ਨਾਨ ਵੀ ਕੀਤਾ ਹੈ, ਉਹਨਾਂ ਸਿੱਖਾਂ ਨੇ ਆਪਣੀ ਕਲਿਆਣ ਜਿਹੜੀ ਉਹ ਕਰਵਾਈ ਹੈ। ਇਸ ਤਰ੍ਹਾਂ ਦਾ ਇਹਨਾਂ ਸਨਮੁਖ ਸਿੱਖਾਂ ਦਾ ਜੀਵਨ ਸੀ, ਜਿੱਥੋਂ ਸਾਨੂੰ ਬੜਾ ਹੀ ਕੁਝ ਸਿੱਖਣ ਨੂੰ ਮਿਲਦਾ ਹੈ ਕਿ ਜੇ ਅਸੀਂ ਆਪਣੇ ਜੀਵਨ 'ਚ ਸਿੱਖੀ ਕਮਾਉਣੀ ਹੈ ਤੇ ਸੇਵਾ ਸਿਮਰਨ ਨਾਮ ਬਾਣੀ ਦਾ ਅਭਿਆਸ ਬੜਾ ਜ਼ਰੂਰੀ ਹੈ। ਸੋ ਸਾਧ ਸੰਗਤ, ਇੱਥੇ ਜਿਹੜੀ 23ਵੀਂ ਪੌੜੀ ਹੈ ਉਹਦੀ ਸਮਾਪਤੀ ਹੁੰਦੀ ਹੈ। ਸੋ ਮੈਂ ਬੇਨਤੀ ਕਰਾਂ ਕਿ ਆਪ ਜੀ ਨੇ ਜੇ ਕੁਝ ਪੁੱਛਣਾ ਹੈ, ਵਾਹਿਗੁਰੂ, ਹਾਂਜੀ, ਤੇ ਆਪਣਾ ਜੋ ਮਾਈਕ ਹੈ ਉਹ ਔਨ ਕਰਕੇ ਪੁੱਛ ਸਕਦੇ ਹੋ। ਹਾਂਜੀ, ਵਾਹਿਗੁਰੂ 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 ਵਾਹਿਗੁਰੂ। ਠੀਕ ਹੈ ਵਾਹਿਗੁਰੂ ਜੀ, ਕਰੀਏ ਫਿਰ ਸਮਾਪਤੀ। ਆਪ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਆਪ ਜੀ ਨੇ ਸ਼ਾਮ ਦੀ ਕਲਾਸ ਵਿੱਚ ਜੁੜਨਾ। ਕੱਲ੍ਹ ਨੂੰ ਜਿਹੜੀ ਹੈ 24ਵੀਂ ਪੌੜੀ ਆਰੰਭ ਹੋਣੀ ਹੈ, ਜਿਹਦੇ ਵਿੱਚ ਵੀ ਬਹੁਤ ਕਮਾਲ ਦੇ ਸਿੱਖਾਂ ਦਾ ਤੇ ਬੜੇ ਸੁੰਦਰ ਸਵਾਲ ਹਨ। ਇਸੇ ਤਰ੍ਹਾਂ ਜੁੜ ਕੇ ਆਪ ਜੀ ਨੇ ਲਾਹਾ ਲੈਣਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।